अचानक ही 15-16 बंदियां ने कुटना शुरू करता। किसी ने सिर ते मारी, किसी ने पेट ते, किसी ने बाथरूम वाली जगह ते। ਦੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੁੰਦੀ ਹੈ, ਅਸੀਂ ਆਪਣੇ ਚੈਨਲ ਤੇ ਵੀ ਚਲਾਈ ਹੈ, ਜਿਸ ਵਿੱਚ ਕਿ ਉਹ ਵੀਰ ਜਿਹੜਾ ਹੈ ਉਹ ਦੱਸ ਰਿਹਾ ਹੈ ਕਿ ਕਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਨੂੰ 10-15 ਬੰਦਿਆਂ ਵੱਲੋਂ ਜਿਹੜਾ ਕੁੱਟਿਆ ਗਿਆ, ਉਹਦੀਆਂ ਇੰਨੀਆਂ ਸੱਟਾਂ ਮਾਰੀਆਂ ਗਈਆਂ, ਈਵਨ ਕਿ ਉਹਦੀ ਬਾਂਹ ਜਿਹੜੀ ਹੈ ਉਹ ਬਿਲਕੁਲ ਨਹੀਂ ਸੀ ਹਿੱਲ ਰਹੀ। ਤੁਸੀਂ ਵੀਡੀਓ ਜ਼ਰੂਰ ਦੇਖੀ ਹੋਏਗੀ। ਤੇ ਅੱਜ ਅਸੀਂ ਮੌਜੂਦ ਹਾਂ ਉਸੇ ਹੀ ਨੌਜਵਾਨ ਨਾਲ, ਹਰਪ੍ਰੀਤ ਸਿੰਘ ਪਟਨਾ ਸਾਹਿਬ ਵਾਲੇ ਨਾਮ ਹੈ ਉਹਨਾਂ ਦਾ, ਤੇ ਉਹਨਾਂ ਤੋਂ ਹੀ ਜਾਣਦੇ ਹਾਂ ਕਿ ਗੱਲ ਕੀ ਹੋਈ ਸੀ ਤੇ ਕਿਉਂ ਉਹਨਾਂ ਨੂੰ ਇਹ ਵੀਡੀਓ ਬਣਾਉਣੀ ਪਈ। ਜੀ ਵੀਰ ਜੀ, ਵੀਰ ਜੀ ਪਹਿਲੇ ਤੇ ਕੀ ਮਾਮਲਾ ਸੀ? ਤੁਸੀਂ ਉਹ ਵੀਡੀਓ ਬਣਾਈ, ਉਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਸੱਟਾਂ ਵੱਜੀਆਂ ਨੇ, ਤੇ ਉਹ ਕਿਹਦੇ ਵੱਲੋਂ ਇਹ ਕੰਮ ਕੀਤਾ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਸਾਹਿਬ ਜੀ, ਪਿਛਲੇ ਦਿਨੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਇੱਕ ਮੈਂ ਮੁੱਦਾ ਚੱਕਿਆ ਸੀਗਾ ਕਿ ਜਿਹੜੀ ਗੁਰੂ ਘਰ ਸੰਗਤ ਆਂਦੀ ਹੈ, ਜਿਹੜੇ ਵੀ ਰਾਹਗੀਰ ਆਂਦੇ ਜਾਂ ਗੁਰੂ ਘਰ ਨਿਸ਼ਾਨ ਸਾਹਿਬ ਲੱਗਿਆ, ਉਹ ਨਿਸ਼ਾਨ ਸਾਹਿਬ ਨੂੰ ਦੇਖ ਕੇ ਹੀ ਗੁਰੂ ਘਰ ਕੋਈ ਪਨਾਹ ਲੈਣ ਆਉਂਦਾ, ਕੋਈ ਭੁੱਖਾ ਹੁੰਦਾ ਤੇ ਉੱਥੇ ਲੰਗਰ ਛਕਣ ਆਉਂਦਾ ਹੈ ਕਿ ਇਹਨੂੰ ਛੱਤ ਚਾਹੀਦੀ ਹੈ ਰਾਤ ਰੁਕਣ ਵਾਸਤੇ, ਤੇ ਉੱਥੇ ਗੁਰੂ ਨਾਨਕ ਦਾ ਘਰ ਸਮਝ ਕੇ ਆਉਂਦਾ ਆ। ਕਿਉਂਕਿ ਤੁਸੀਂ ਦੇਖਿਆ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਲਾਗੇ ਸਟੇਸ਼ਨ ਵੀ ਹੈ, ਕਿਸੇ ਦੀ ਟ੍ਰੇਨ ਮਿਸ ਹੋ ਗਈ ਜਾਂ ਕੁਛ ਵੀ, ਤੇ ਉਹ ਉੱਥੇ ਪਨਾਹ ਲੈਣ ਆਉਂਦੇ ਆ। ਤੇ ਮੈਂ ਬੇਨਤੀ ਕੀਤੀ ਸੀ ਕਿ ਜਿਹੜੇ ਗੁਰੂ ਨਾਨਕ ਦੇ ਘਰ ਆਉਂਦੇ ਆ ਉਹਨਾਂ ਵਾਸਤੇ ਗੱਦਿਆਂ ਤੇ ਪੱਖਿਆਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਸਾਡੀ ਮਾਵਾਂ ਭੈਣਾਂ ਉੱਥੇ ਸੌਂਦੀਆਂ ਨੇ, ਸਾਨੂੰ ਪਤਾ, ਅਸੀਂ ਆਮ ਕਰਕੇ ਜਦੋਂ ਸੌਂਦੇ ਹਾਂ, ਕਈ ਵਾਰ ਜਦੋਂ ਕਰਵਟ ਲੈਂਦੇ, ਕਈ ਵਾਰ ਸਾਡੇ ਜਿਹੜੇ ਵਸਤਰ ਆ ਉੱਪਰ ਨੀਚੇ ਹੋ ਜਾਂਦੇ, ਤੇ ਜਿਸ ਹਾਲਾਤ 'ਚ ਉੱਥੇ ਮਾਵਾਂ ਭੈਣਾਂ ਸੌਂਦੀਆਂ ਨੇ, ਅਸੀਂ ਕਦੀ ਆਪਣੀ ਮਾਵਾਂ ਭੈਣਾਂ ਨੂੰ ਵੀ ਉੱਥੇ ਨਹੀਂ ਸਵਾ ਸਕਦੇ, ਕਿਉਂਕਿ ਉਹ ਤਾਂ ਕਰਕੇ ਉੱਥੇ ਸੋ ਜਾਂਦੇ ਆ ਕਿਉਂਕਿ ਉਹ ਕਮਰਾ ਨਹੀਂ ਲੈ ਸਕਦੇ। ਅਸੀਂ ਤਾਂ 1000 ਜਾਂ 500 ਦਾ ਜਿਹੜੇ ਲੋਕ ਲੈ ਸਕਦੇ ਹੋਟਲਾਂ 'ਚ ਰੁਕ ਜਾਂਦੇ, ਮਗਰ ਉਹਨਾਂ ਕੋਲ ਇੱਕੋ ਸਹਾਰਾ ਹੁੰਦਾ ਕਿ ਗੁਰੂ ਨਾਨਕ ਦਾ ਘਰ। ਤੇ ਮੈਂ ਇੰਨੀ ਜਦੋਂ ਬੇਨਤੀ ਕੀਤੀ, ਉਹ ਸੇਵਾਦਾਰ ਮੈਨੂੰ ਪ੍ਰਬੰਧਕ ਕੋਲ ਲੈ ਗਏ। ਜਦੋਂ ਪ੍ਰਬੰਧਕਾਂ ਨੇ ਮੈਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ, ਮੈਨੂੰ ਇੰਨੀ ਗੱਲ ਦੱਸੀ ਜਾਵੇ ਕਿ ਜਿੱਥੇ ਗੁਰੂ ਨਾਨਕ ਦੇ ਪਿਆਰੇ ਸੋ ਰਹੇ ਆ, ਕਿ ਤੁਹਾਡੇ ਪ੍ਰਬੰਧਕ ਜਾਂ ਤੁਹਾਡੇ ਪ੍ਰਧਾਨ ਜੀ ਉੱਥੇ ਇੱਕ ਦਿਨ ਸੋ ਕੇ ਦਿਖਾ ਸਕਦੇ ਆ? ਕਿਉਂਕਿ ਵੀਰ ਜੀ ਤਕਰੀਬਨ 100 ਸੰਗਤ ਸੁੱਤੀ ਹੈ ਤੇ ਪੱਖੇ ਉੱਥੇ 4, ਜਿਹਦੇ ਵਿੱਚ ਚਲਦੇ 2 ਸੀ, ਤੇ 2 ਤਾਂ ਉੱਥੇ ਨਾਮ ਦੇ ਪੱਖੇ ਸੀਗੇ, ਤੇ ਗੱਦੇ ਵੀ ਨਹੀਂ ਇੱਥੋਂ ਤੱਕ ਹੀ। ਇੰਨੀ ਗੱਲ ਕਹਿਣ ਤੇ ਉਹ ਮੇਰੇ ਤੇ ਭੜਕ ਉੱਠੇ। ਮੈਨੂੰ ਕਹਿੰਦੇ ਤੂੰ ਗੁਰਦੁਆਰੇ ਦੇ ਬਾਹਰ ਆ ਕੇ ਗੱਲ ਕਰ ਗਲੀ 'ਚ, ਤਾਂ ਤੈਨੂੰ ਦੱਸਦੇ ਆ। ਕਿਉਂਕਿ ਉੱਥੇ CCTV ਲੱਗੀ ਸੀ, ਤਾਂ ਉਹਨਾਂ ਨੇ ਮੇਰੇ ਤੇ ਕੁਝ ਐਕਸ਼ਨ ਨਹੀਂ ਲਿਆ। ਮੈਂ ਕਿਹਾ ਚਲੋ ਆ ਜਾਓ। ਫਿਰ ਜਦੋਂ ਮੈਂ ਬਾਹਰ ਤੱਕ ਗਿਆ, ਫਿਰ ਮੈਂ ਕਿਹਾ 1 ਮਿੰਟ ਖੜੋ, ਮੈਂ ਗੁਰੂ ਨਾਨਕ ਦੇ ਘਰ ਗੁਰੂ ਨਾਨਕ ਦੀ ਸੰਗਤ ਦੀ ਆਵਾਜ਼ ਚੱਕੀ ਹੈ, ਕੋਈ ਮੇਰਾ ਨਿੱਜੀ ਮਸਲਾ ਨਹੀਂ, ਗੱਲਬਾਤ ਮੇਰੇ ਨਾਲ ਇੱਥੇ ਕੀਤੀ ਜਾਓ। ਉਸ ਦਰਮਿਆਨ ਹੀ ਮੈਂ ਲਾਈਵ ਹੋ ਗਿਆ। ਉਹ ਜਿਹੜੀ ਲਾਈਵ ਦੀ ਵੀਡੀਓ ਪੂਰੇ ਦੇਸ਼ ਵਿਦੇਸ਼ ਦੀ ਸੰਗਤ ਨੇ ਦੇਖਿਆ, ਤੇ ਜਿਹੜੇ ਜਾਗਦੀ ਜਮੇਰ ਵਾਲੇ ਜਿਹੜੇ ਵੀ ਗੁਰਸਿੱਖ ਪਿਆਰੇ ਸੀ, ਉਹਨਾਂ ਨੇ ਵੀਡੀਓ ਪਾ ਕੇ ਇਸ ਦੀ ਨਿਖੇਧੀ ਵੀ ਕੀਤੀ। ਜਿਹੜੇ ਪੰਥ ਦੇ ਵਿੱਚ ਵੱਡੇ ਹੈਗੇ ਆ ਲੋਕ, ਉਹਨਾਂ ਨੇ ਇਸ ਗੱਲ ਦੀ ਨਿਖੇਧੀ ਤੇ ਨਿੰਦਾ ਵੀ ਕੀਤੀ, ਤੇ ਤੁਸੀਂ ਕਮੈਂਟ ਰਾਹੀਂ ਵੀ ਪੜ੍ਹ ਸਕਦੇ ਹੋ। ਲੋਕਾਂ ਨੇ ਆਪਣਾ ਜਿਹੜਾ ਦਰਦ ਤੇ ਜਗ ਜ਼ਾਹਿਰ ਕੀਤਾ ਆ। ਉਸ ਤੋਂ ਬਾਅਦ ਵੀ ਮੈਂ ਨਿਰੰਤਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੇਵਾ ਕਰਨ ਜਾਂਦਾ ਰਿਹਾ। ਮਗਰ ਪਿਛਲੇ ਦਿਨ ਹੀ ਜਦੋਂ ਮੈਂ ਸ਼ਨੀਵਾਰ ਦੀ ਰਾਤ ਨੂੰ 11 ਕੁ ਵਜੇ ਤਕਰੀਬਨ ਜੋੜੇ ਘਰ ਪਹੁੰਚਿਆ ਸੇਵਾ ਕਰਨ,
ਮੈਨੂੰ ਇੱਕ ਸੱਜਣ ਆ ਕੇ ਕਹਿੰਦਾ ਵੀਰ ਜੀ ਜਿਹੜਾ ਤੁਹਾਡੀ ਵੀਡੀਓ ਸੀ ਉਹਨੇ ਬਹੁਤ ਕਮਾਲ ਕਰਤੀ। ਉਹ ਵੀਡੀਓ ਦੇ ਨਾਲ ਸੰਗਤ ਵਾਸਤੇ ਪੱਖੇ ਤੇ ਲਾਈਟ ਇਹ ਜਗਮਗਾਉਂਦੀ ਆ, ਤੁਸੀਂ ਆ ਕੇ ਦਰਸ਼ਨ ਤਾਂ ਕਰੋ। ਮੈਂ ਕਿਹਾ ਮੇਰੇ ਕਰਕੇ ਨਹੀਂ, ਗੁਰੂ ਨਾਨਕ ਨੇ ਕਰਾ ਲਿਆ। ਮੈਂ ਕਿਹਾ ਕੋਈ ਨਹੀਂ, ਆ ਕੇ ਮੈਂ ਦੇਖਦਾ। ਤਕਰੀਬਨ 11:20-22 ਹੋਣੇ ਆ ਜਦੋਂ ਮੈਂ ਅੰਦਰ ਦੀਵਾਨ ਹਾਲ 'ਚ ਮੱਥਾ ਟੇਕਣ ਗਿਆ। ਮੱਥਾ ਟੇਕਣ ਤੋਂ ਬਾਅਦ ਜਦੋਂ ਮੈਂ ਨੀਚੇ 11:30 ਵਜੇ ਉਤਰਿਆ ਆ, ਉੱਥੇ 2 ਹੱਟੇ ਕੱਟੇ ਜਿਹੜੇ ਗੁੰਡੇ ਖੜੇ ਸੀ ਰੁਮਾਲ ਬੰਨ੍ਹ ਕੇ ਤੇ ਡਾਂਗਾ ਫੜੀਆਂ। ਮੈਂ ਕਿਹਾ ਚਲੋ ਸੰਗਤ ਵਾਸਤੇ ਕੀ ਪਤਾ ਇਹਨਾਂ ਨੇ ਸਗੋਂ ਸਿਕਿਉਰਿਟੀ ਵੀ ਲਾਤੀ ਹੋਵੇ। ਜਦੋਂ ਮੈਂ ਥੋੜਾ ਹੋਰ ਅੱਗੇ ਵਧਿਆ, ਮੈਂ ਦੇਖਦਾ ਸੀ ਭੈਣਾਂ ਵਾਲੇ ਪਾਸੇ ਇੱਕ ਭੈਣ ਸਟੂਲ ਤੇ ਸੁੱਤੀ ਪਈ ਸੀਗੀ, 24-25 ਸਾਲਾਂ ਦੀ ਭੈਣ ਸੀ। ਚਲੋ ਫਿਰ ਮੈਂ ਜਦੋਂ ਇੱਥੇ ਜਿਹੜੇ ਦਰਖਤ ਲੱਗੇ ਸੀ ਉੱਥੇ ਦੇਖਿਆ ਕੂੜੇ ਦਾ ਢੇਰ ਪਿਆ। ਜਦੋਂ ਉੱਥੇ ਦੇਖਦਾ ਹੀ ਸੀ ਇੱਕ ਬੰਦਾ ਆਇਆ, ਮੈਨੂੰ ਕਹਿੰਦਾ ਵੀਡੀਓ ਤੂੰ ਬਣਾਈ ਸੀ? ਮੈਨੂੰ ਕਿਹਾ ਹਾਂ ਬਣਾਈ ਸੀ। ਉਹਨੇ ਵੀ ਮੂੰਹ ਤੇ ਰੁਮਾਲ ਬੰਨਿਆ, ਹੱਥ 'ਚ ਡਾਂਗ। ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਕੀ ਕਰਨ ਲੱਗੇ ਆ। ਤੇ ਕਹਿੰਦੇ ਕਿਉਂ ਬਣਾਈ ਸੀ? ਇੰਨੀ ਕੀ ਗੱਲ ਹੋਈ, ਇਹ 2 ਸ਼ਬਦ ਉਹਨੇ ਕਿ ਉਹਦੇ ਵਿੱਚ ਹੀ ਅਚਾਨਕ ਝਾੜੀਆਂ ਦੇ ਪਿੱਛੋਂ ਜਿਹੜੇ ਰੈਕ ਉੱਥੇ ਲੱਗੇ ਉਹਦੇ ਪਿੱਛੋਂ ਪਿਲਰ ਦੇ ਪਿੱਛੋਂ ਲੁਕੇ ਹੋਏ ਲੋਕ 12-15 ਗੁੰਡੇ ਜਿਹੜੇ ਸੀਗੇ, ਜੇ ਗਿਣਤੀ ਦੇ ਲਈਏ 15 ਤਾਂ ਸੀਗੇ ਉੱਥੇ, ਸਾਰਿਆਂ ਦੇ ਹੱਥ ਵਿੱਚ ਬੈਤ ਦੀਆਂ ਡਾਂਗਾ ਤੇ ਮੂੰਹ ਤੇ ਰੁਮਾਲ ਬੰਦੇ। ਯਾਨੀ ਉਹ ਪੂਰੀ ਤਿਆਰੀ ਦੇ ਵਿੱਚ ਸੀ, ਕਿਉਂਕਿ ਇੱਕਦਮ ਤੇ ਕੋਈ ਬੰਦਾ ਮੂੰਹ ਤੇ ਰੁਮਾਲ ਬੰਦਾ ਨਹੀਂ। ਤਿਆਰੀ ਦੇ ਵਿੱਚ ਖੜੇ ਸੀ। ਉਹਨਾਂ ਨੇ ਵੋਕੀ ਟੋਕੀ ਫੜੀ ਸੀ, ਉਹਨੇ ਵਾਇਰਲੈਸ ਕਰਤਾ। ਅਚਾਨਕ ਹੀ 15-16 ਬੰਦਿਆਂ ਨੇ ਕੁੱਟਣਾ ਸ਼ੁਰੂ ਕਰਤਾ। ਕਿਸੇ ਨੇ ਸਿਰ ਤੇ ਮਾਰੀ, ਕਿਸੇ ਨੇ ਪੇਟ ਤੇ, ਕਿਸੇ ਨੇ ਬਾਥਰੂਮ ਵਾਲੀ ਜਗ੍ਹਾ ਤੇ, ਕਿਸੇ ਨੇ ਹੱਥ ਤੇ। ਤਕਰੀਬਨ ਉਹ 1 ਘੰਟੇ ਤੱਕ ਭਾਈ ਸਾਹਿਬ ਜੀ ਲਗਾਤਾਰ ਉਸ ਤਰ੍ਹਾਂ ਹੀ ਕੁੱਟਦੇ ਰਹੇ। ਜੇ ਮੈਂ ਕਹਾਂ ਉੱਥੇ ਲਗਭਗ ਰਾਹਗੀਰ ਉੱਥੇ 150 ਜਿਹੜੇ ਉੱਥੇ ਪਨਾਹ ਲੈ ਰਹੇ ਸੀ ਉਹ ਸੀਗੇ, ਤੇ 100 ਤੋਂ 150 ਬੰਦਾ ਉਹ ਸੀ ਜਿਹੜਾ ਨਿੱਤ ਦਿਨ ਦਾ ਗੁਰੂ ਘਰ ਆਂਦਾ ਸੀ। ਕੋਈ ਸ਼ਸਤਰਾਂ ਦੀ ਸੇਵਾ, ਕੋਈ ਰੁਮਾਲਿਆਂ ਦੀ ਤੇ ਕੋਈ ਪਾਣੀ ਦੀ ਤੇ ਕੋਈ ਜੋੜੇ ਘਰ ਦੀ ਸੇਵਾ ਕਰਦੇ ਸੀ। ਉਹਨੂੰ ਆਪਾਂ ਸੰਗਤ ਤਾਂ ਨਹੀਂ ਕਹਿ ਸਕਦੇ, ਜਨਤਾ ਕਹਿ ਸਕਦੇ ਆ, ਕਿਉਂਕਿ ਜੇ ਗੁਰੂ ਕੀ ਸੰਗਤ ਹੁੰਦੀ ਤੇ ਇੱਕ ਗੁਰਸਿੱਖ ਤੇ ਐਦਾਂ ਤਸ਼ੱਦਦ ਕਰਦੇ ਤਾਂ ਉਹਨਾਂ ਦਾ ਯਤਨ ਹੁੰਦਾ, ਉਹ ਕਰਦੇ ਕਿ ਬਚਾਉਣ ਦੀ, ਮਗਰ ਨਹੀਂ, ਉਹ ਜਨਤਾ ਸੀਗੀ। ਮੈਂ ਇੱਥੋਂ ਤੱਕ ਕਹਿ ਰਿਹਾ, ਉਹ ਜਨਤਾ ਸੀਗੀ। ਉਹ ਸਾਰਾ ਤਮਾਸ਼ਬੀਨ ਬਣ ਕੇ ਦੇਖਦੇ ਰਹੇ। ਤਕਰੀਬਨ ਜਦੋਂ 1 ਘੰਟੇ ਤੱਕ ਕੁੱਟਦੇ ਰਹੇ ਤੇ 1-2 ਦੀ ਆਵਾਜ਼ ਵੀ ਆਈ, ਕਹਿੰਦੇ ਇਹ ਖਤਮ ਹੋ ਗਿਆ ਤੇ ਘਰਦਿਆਂ ਨੂੰ ਫੋਨ ਕਰ ਦਿਓ, ਇਹ ਹੁਣ ਨਹੀਂ ਬਚਦਾ। ਕਿਉਂਕਿ ਪਤਾ ਨਹੀਂ, ਮੈਂ ਹੁਣ ਸੰਗਤ ਕੋਲੋਂ ਪੁੱਛਣਾ ਚਾਹੁੰਦਾ, ਮੈਂ ਕਿਹੜੀ ਆਪਣੀ ਉੱਥੋਂ ਕੋਈ ਜਾਇਦਾਦ ਮੰਗ ਲਈ ਜਾਂ ਮੈਂ ਉਹਨਾਂ ਨੂੰ ਕਿਹਾ ਮੈਨੂੰ ਮਕਾਨ ਬਣਾ ਕੇ ਦੇ ਦਿਓ। ਮੈਂ ਅੱਜ ਕਿਰਾਏ ਦੇ ਮਕਾਨ ਤੇ ਰਹਿਣਾ, ਮਗਰ ਅੱਜ ਤੱਕ ਕਦੀ ਕਿਸੇ ਸੰਗਤ ਕੋਲ 10 ਵੀ ਨਹੀਂ ਲਿਆ। ਜਦੋਂ ਤੋਂ ਕਿਸਾਨੀ ਅੰਦੋਲਨ ਸਟਾਰਟ ਹੋਇਆ ਉਸ ਤੋਂ ਲੈ ਕੇ ਅੱਜ ਤੱਕ ਮੈਂ ਇੱਥੋਂ ਤੱਕ ਜਿੰਨੀ ਸੱਚੇ ਪਾਤਸ਼ਾਹ ਨੇ ਸਮਰੱਥਾ ਬਖਸ਼ੀ ਸੀ, ਆਪਣੀ ਸੇਵਿੰਗ ਤੱਕ ਲਾਤੀ। ਇੱਥੋਂ ਤੱਕ ਹੋ ਗਿਆ ਕਿ ਮੈਂ ਆਪ ਖਾਣ ਵਾਸਤੇ ਮੁਹਤਾਜੀ ਹੋ ਗਿਆ, ਮਗਰ ਕਿਸੇ ਅੱਗੇ ਗੱਲ ਨਹੀਂ ਕੀਤੀ, ਕਦੀ 10 ਵੀ ਨਹੀਂ ਕਿਸੇ ਦਾ ਲਿਆ। ਗੁਰੂ ਸਾਹਿਬ ਕੋਲ ਹੀ ਅਰਦਾਸਾਂ ਬੇਨਤੀ ਕਰਦਾ ਰਿਹਾ ਤੇ ਮੈਂ ਸੰਗਤ ਦੀ ਆਵਾਜ਼ ਚੱਕੀ ਤੇ ਮੈਨੂੰ ਇੰਨਾ ਉਹਨਾਂ ਨੇ ਕੁੱਟਿਆ ਜਿੱਦਾਂ ਮੈਂ ਪਤਾ ਨਹੀਂ ਕਿੱਡਾ ਵੱਡਾ ਕ੍ਰਿਮੀਨਲ ਹੋਵਾਂ। ਇੱਥੋਂ ਤੱਕ ਭਾਈ ਸਾਹਿਬ ਮੈਂ ਆਪ ਜੀ ਦੀ ਸੰਗਤ ਨੂੰ ਦੱਸਾਂ, 4 ਵਾਰ ਮੇਰਾ ਗਲਾ ਘੋਟਿਆ ਉਹਨਾਂ ਨੇ। ਇੱਥੋਂ ਮੂੰਹ ਤੇ ਕੱਪੜਾ ਪਾ ਕੇ ਤੇ ਇੱਥੇ ਚੁੰਨੀ ਪਾ ਕੇ 4 ਵਾਰ ਘੋਟਿਆ। 4 ਵਾਰ ਮੈਂ ਗਲ ਤੋਂ ਫਾਹਾ ਕੱਢ ਲਿਆ। ਮੇਰੀ ਉੱਤੇ ਸ੍ਰੀ ਸਾਹਿਬ ਪਾਈ ਹੁੰਦੀ ਹੈ ਲਗਭਗ 2-2.5 ਫੁੱਟੀ, ਉਹ ਕੱਢ ਕੇ ਉਹਨਾਂ ਨੇ ਜਦੋਂ ਢਿੱਡ ਤੇ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਪਲਟੀ ਮਾਰ ਗਿਆ, ਉਹ ਮੇਰੀ ਅੰਦਰ ਨਹੀਂ ਵੱਜੀ। ਜਦੋਂ ਘੜੀਸ ਕੇ ਮੈਨੂੰ ਨਿਸ਼ਾਨ ਸਾਹਿਬ ਤੋਂ ਲੈ ਕੇ ਆਏ, ਪੈਰ ਤੇ ਹੱਥ ਘੜੀਸਦੇ ਹੋਏ, ਉਹਦਾ ਦੇ 8-10 ਬੰਦੇ ਜਦੋਂ ਜਿਹੜੇ ਘੜੀਸ ਕੇ ਕਹਿੰਦੇ ਸੀ ਦਫ਼ਤਰ ਤੇ ਲੈ ਚੱਲ ਕੇ ਦਫ਼ਤਰ 'ਚ ਕੁੱਟੋ, ਹੁਣ ਬੋਰੀ 'ਚ ਪਾਓ। ਉਹ ਫਿਰ ਉਹ ਸੰਗਤ ਦੀ ਥੋੜ੍ਹੀ ਜ਼ਮੀਰ ਜਾਗੀ, ਕਹਿੰਦੇ ਯਾਰ 1 ਘੰਟਾ ਹੋ ਗਿਆ, ਮਰ ਜਾਏਗਾ, ਛੱਡ ਦਿਓ ਇਹਨੂੰ। ਜਦੋਂ ਇੰਨੀ ਗੱਲ ਕਹੀ ਤਾਂ ਥੋੜ੍ਹੀ ਸੰਗਤ ਦੀ ਹੱਲਾਸ਼ੇਰੀ ਹੋਈ। ਜਦੋਂ ਮੇਰਾ ਦਮਾਲਾ ਲੱਥਣ ਦੀ ਕਾਗਾਰ ਤੇ ਆਇਆ, ਦਮਾਲੇ ਨੂੰ ਮੈਂ ਸਾਂਭਿਆ ਤੇ ਉਹ ਜਿਹੜੇ ਬੰਦੇ ਨੇ ਦਮਾਲੇ ਤੇ ਹੱਥ ਮਾਰਿਆ ਸੀ ਉਹਨੂੰ ਮੈਂ ਖਿੱਚ ਕੇ ਧੱਕਿਆ ਤੇ ਮੂੰਹ ਤੇ ਚਪੇੜ ਮਾਰੀ। ਮੈਂ ਕਿਹਾ ਤੂੰ ਦਮਾਲੇ ਨੂੰ ਕਿਵੇਂ ਹੱਥ ਲਾਇਆ? ਮੇਰਾ ਦਮਾਲਾ ਲੱਥ ਗਿਆ, ਮੇਰੇ ਕੇਸ ਖਿਲਰ ਗਏ, ਦਾੜੀ ਪੁੱਟੀ ਮੇਰੀ ਉਹਨਾਂ ਨੇ ਫੜ ਕੇ, ਮੇਰੇ ਕਕਾਰ ਕੱਢ ਲਏ, ਮੇਰੇ ਕੱਪੜੇ ਫਾੜਤੇ, ਕਛਹਿਰਾ ਫਾੜਤਾ ਮੇਰਾ। ਉਹਨਾਂ ਨੇ ਮੋਬਾਈਲ ਖੋਹ ਲਿਆ, ਪਰਸ ਕੱਢ ਲਿਆ। ਮੈਂ ਕਿਹੜਾ ਗੁੰਡਾ ਸੀਗਾ? ਮੈਂ ਕਿਹੜਾ ਐਡਾ ਵੱਡਾ ਕ੍ਰਿਮੀਨਲ ਸੀ? ਬਸ ਇੰਨੀ ਗੱਲ ਕਰਤੀ ਕਿ ਸੰਗਤ ਵਾਸਤੇ ਉੱਥੇ ਗੱਦੇ ਤੇ ਪੱਖੇ ਦਾ ਪ੍ਰਬੰਧ ਕੀਤਾ ਜਾਵੇ, ਕਿ ਸਾਡੀ ਮਾਵਾਂ ਭੈਣਾਂ ਸੌਂਦੀਆਂ ਨੇ, ਉਹਨਾਂ ਨੂੰ ਅੰਦਰ ਥੱਲੇ ਦਾ ਦੀਵਾਨ ਹਾਲ ਖਾਲੀ ਹੈ, ਜਿਹੜਾ ਇੰਨੇ ਸਾਲਾਂ ਤੋਂ ਉੱਥੇ ਨਾ ਲੰਗਰ ਛਕਾਉਂਦੇ, ਨਾ ਕੁਛ, ਸਾਲ ਦੇ ਵਿੱਚ 1 ਅੱਧੀ ਵਾਰ ਲੰਗਰ ਛਕਾਉਂਦੇ। ਕੀ ਤੁਸੀਂ ਭੈਣਾਂ ਦਾ ਅੰਦਰ ਪ੍ਰਬੰਧ ਨਹੀਂ ਕਰ ਸਕਦੇ ਹੋ? ਵੀਰ ਜੀ, ਬੰਦੇ ਨੌਜਵਾਨ ਮੁੰਡੇ ਤਾਂ ਅਸੀਂ ਸੋ ਜਾਂਦੇ ਹਾਂ, ਮਗਰ ਮਾਵਾਂ ਭੈਣਾਂ ਇੱਦਾਂ ਸ਼ਰੇਆਮ ਇੱਦਾਂ ਸੌਣ ਨਹੀਂ ਚੰਗਾ ਲੱਗਦਾ। ਹੋਰ ਉੱਥੋਂ ਉਹ ਲੰਗਰ ਦਾ ਰਾਹ ਆ, ਉੱਥੋਂ ਸੰਗਤ ਗੁਜ਼ਰਦੀ ਹੈ। ਇੰਨੀ ਗੱਲ ਪਿੱਛੇ ਮੈਨੂੰ ਕ੍ਰਿਮੀਨਲ ਵਰਗਾ, ਜਿੱਦਾਂ ਮੈਂ ਬਹੁਤ ਵੱਡਾ ਕ੍ਰਿਮੀਨਲ ਹੋਵਾਂ, ਮੈਨੂੰ ਇੱਦਾਂ ਉਹਨਾਂ ਨੇ ਕੁੱਟਿਆ। ਕਹਿੰਦੇ ਇੱਥੇ ਅੱਜ ਤੱਕ ਮਜਾਲ ਨਹੀਂ ਹੋਈ ਕਿਸੇ ਦੀ ਬੋਲਣ ਦੀ 35 ਸਾਲਾਂ ਦੇ ਵਿੱਚ, ਤੇ ਤੂੰ ਇੱਥੇ ਨਵਾਂ DC ਜੰਮ ਗਿਆ। ਇਹ ਵਰਡ ਉਹਨਾਂ ਨੇ ਕਿ ਤੂੰ ਵੱਡਾ DC ਜੰਮ ਗਿਆ। ਚਲੋ ਜੋ ਵੀ ਹੋਇਆ ਸੱਚੇ ਪਾਤਸ਼ਾਹ ਦੇ ਭਾਣੇ 'ਚ ਹੋਇਆ। ਮਹਾਰਾਜ ਨੇ ਇੰਨਾ ਕੀ ਹੱਥ ਰੱਖਿਆ ਕਿ 150 ਤੋਂ 200 ਗਿਣਤੀਆਂ 'ਚ ਦੱਸ ਰਿਹਾ ਉਹਨਾਂ ਨੇ ਡਾਂਗਾ ਮਾਰੀਆ। ਹੁਣ ਸੱਚੇ ਪਾਤਸ਼ਾਹ ਨੇ ਘੁੱਟਣਾ ਨਹੀਂ, ਘੁੱਟਣੇ ਦੇ ਬਲ ਤੇ ਮੈਂ ਨਹੀਂ ਡਿੱਗਿਆ, ਤੇ ਮੈਂ ਵਾਹਿਗੁਰੂ ਤੋਂ ਇਲਾਵਾ ਚੀਜ਼ ਵੀ ਨਹੀਂ ਕੱਢੀ। ਤੇ ਉਸ ਤੋਂ ਬਾਅਦ ਜਦੋਂ ਦਮਾਲਾ ਮੇਰਾ ਲੱਥ ਗਿਆ, ਮੈਂ ਉਵੇਂ ਹੀ ਹੱਥ ਵਿੱਚ ਛੋਟਾ ਪਰਨਾ ਫੜ ਕੇ ਮੈਂ ਅੰਦਰ ਮਹਾਰਾਜ ਦਾ ਸ਼ੁਕਰਾਨਾ ਕਰਨ ਗਿਆ। ਜਦੋਂ ਇਹਨਾਂ ਨੇ ਮੈਨੂੰ ਛੱਡਿਆ,
ਮੈਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੇ, ਮੈਂ ਕਿਹਾ ਸੱਚੇ ਪਾਤਸ਼ਾਹ ਆਪ ਸਹਾਈ ਹੋਵੋ, ਤੁਸੀਂ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਮੇਰਾ ਗਲਾ ਘੋਟਣਾ ਚਾਹਿਆ, ਮਗਰ ਮੈਂ ਜਿੰਦਾ ਬਚਿਆ ਤੁਹਾਡੇ ਕਰਕੇ। ਇਹ ਜਨਤਾ ਜਿਹੜੀ ਖੜੀ ਆ ਨਾ ਨਹੀਂ ਬਚਾਇਆ। ਤਕਰੀਬਨ 10-15 ਮਿੰਟ ਮੈਂ ਮਹਾਰਾਜ ਦੇ ਕੋਲ ਹੀ ਦਮ ਬੈਠਿਆ ਪੀੜਾ ਫੜ ਕੇ, ਤੇ ਜਦੋਂ ਸੰਗਤ ਕਹਿਣ ਲੱਗੀ ਕਹਿੰਦੇ ਵਾਹਿਗੁਰੂ ਤੁਸੀਂ ਬਾਹਰ ਆ ਜਾਓ, 1 ਘੰਟਾ ਉਹਨਾਂ ਨੇ ਜੋੜੇ ਘਰ ਬਿਠਾਇਆ, ਕਹਿੰਦਾ ਪ੍ਰਧਾਨ ਆਊਗਾ ਇਹਨੂੰ ਥਾਣੇ ਸਿੱਟਣਾ। ਮੇਰੀ ਬਾਂਹ ਨਹੀਂ ਹਿੱਲ ਰਹੀ ਸੀ, ਮੇਰੇ ਕੋਲ ਫੋਨ ਨਹੀਂ, ਕੁਛ ਨਹੀਂ, ਮੇਰੀ ਲੱਤਾਂ ਐ ਫੁੱਲੀਆਂ ਹੋਈਆਂ, ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਫੁੱਲੀਆਂ ਹੋਈਆਂ। ਮੈਂ ਉੱਥੇ ਇਹ ਕਹਿੰਦਾ ਰਿਹਾ, ਤੁਸੀਂ ਇਹ ਦੇਖੋ, ਮੈਂ ਉੱਥੇ ਖਾਲੀ ਇਹ ਕਹਿੰਦਾ ਰਿਹਾ ਕਿ ਵਾਹਿਗੁਰੂ ਮੈਨੂੰ ਫੋਨ ਮੇਰੇ ਘਰ ਕਰਤਾ ਜਾਵੇ। ਭਾਈ ਸਾਹਿਬ ਜੀ ਦਮਾਲੇ ਵਾਲੇ ਸਿੰਘ, ਬਾੜੇ ਵਾਲੇ ਸਿੰਘ, 2.5 ਫੁੱਟੀ ਕਿਰਪਾਨਾ ਭਾਈ ਸਿੰਘ, ਉਹਨਾਂ ਨੂੰ ਕਿਹਾ ਘੱਟੋ ਘੱਟ ਫੋਨ ਤਾਂ ਕਰ ਦਿਓ ਮੇਰੇ ਘਰ, ਕਿਸੇ ਨੇ ਫੋਨ ਨਹੀਂ ਕੀਤਾ। 1 ਘੰਟਾ ਉੱਥੇ ਰਿਹਾ। ਇਹ ਦੇਖੋ, ਉਸ ਵੇਲੇ ਇੱਕ ਹਿੰਦੂ ਵੀਰ ਸੀ, ਉਹਦੀ ਜ਼ਮੀਰ ਜਾਗੀ। ਜਦੋਂ ਮੈਂ ਲਲਕਾਰ ਮਾਰੀ ਨਾ, ਮੈਂ ਕਿਹਾ ਲੱਖ ਦੀ ਲਾਨਤ ਹੈ ਉਹ ਸਿੰਘੋ ਲਾ ਦੋ ਦਮਾਲਾ। ਜਦੋਂ ਇੰਨੀ ਕੀ ਗੱਲ ਕਹੀ ਨਾ, ਤੇ ਵਿੱਚੋਂ ਇੱਕ ਹਿੰਦੂ ਵੀਰ ਦੀ ਜ਼ਮੀਰ ਜਾਗੀ, ਤੇ ਉਹਨੇ ਕਿਹਾ, ਕਹਿੰਦਾ ਬਾਈ ਤੂੰ ਫੋਨ ਕਰ ਜਿਹਨੂੰ ਕਰਨਾ ਹੈ। ਉਹਨੇ ਫਿਰ ਕਿਹਾ, ਕਹਿੰਦੇ ਅਸੀਂ ਤੈਨੂੰ ਕਢਾਉਂਦੇ। ਉਹ ਸਾਰੇ ਸਿੰਘਾਂ ਨੇ ਮਿਲ ਕੇ ਫਿਰ ਕਿੱਥੋਂ ਨਾ ਕਿਤੋਂ ਹੱਲਾਸ਼ੇਰੀ ਮਿਲੀ। ਉਹ ਸਾਰੇ ਸਿੰਘਾਂ ਦੇ ਸਦਕਾ ਮੈਂ ਕਿਹਾ ਮੈਨੂੰ ਬਾਹਰ ਕਢਾ ਦਿਓ, ਮੇਰਾ ਮੈਡੀਕਲ ਕਰਾ ਦਿਓ। ਮਗਰ ਉਹ ਕਹਿੰਦੇ ਸੀ, ਉਹਨੇ ਵਿੱਚ ਪੁਲਿਸ ਅਧਿਕਾਰੀ ਆ ਗਏ। ਜਦੋਂ ਅਫਸਰਾਂ ਨੂੰ ਮੈਂ ਦੱਸਿਆ ਮੇਰੇ ਨਾਲ ਇੱਦਾਂ ਹੋਇਆ, ਉਹ ਮੈਨੂੰ ਬੜਕਾ ਮਾਰੇ, ਕਹਿੰਦੇ ਚੁੱਪ ਕਰ ਜਾ ਓਏ। ਮੈਂ ਸਮਝ ਗਿਆ ਸੈਟਿੰਗ ਕਰਕੇ ਆਏ ਆ। ਉਹਨਾਂ ਨੇ ਕਿਹਾ ਸੀ ਜੇ ਇਹ ਮੈਡੀਕਲ ਕਰਾਉਣ ਜਾਂਦਾ ਇਹਨੂੰ ਥਾਣੇ ਸਿੱਟ ਕੇ ਤੇ ਪਰਚਾ ਪਾ ਦਿਓ। ਉਸ ਰਾਤ ਗੁਰੂ ਸਾਹਿਬ ਜੀ ਨੇ ਮੈਨੂੰ ਆਪ ਹੀ ਸੇਫ ਜਗ੍ਹਾ ਪਹੁੰਚਾ ਦਿੱਤਾ। ਜਿਵੇਂ ਮੈਂ ਪਹੁੰਚਿਆ, ਸਾਨਾ ਪਹਿਲਾ ਕੰਮ ਇਹ ਕੀਤਾ, ਮੈਂ ਲਾਈਵ ਹੋ ਕੇ ਜਿੱਦਾਂ ਮੇਰੀ ਦਸ਼ਾ ਸੀ ਮੈਂ ਸੰਗਤ ਨੂੰ ਦੱਸਿਆ, ਕਿਉਂਕਿ ਕੁੱਟਣ ਦੀ ਮੇਰੇ ਕੋਲ ਵੀਡੀਓ ਤਾਂ ਨਹੀਂ, ਤੇ ਮੈਂ ਲਾਈਵ ਦਸ਼ਾ ਦੱਸੀ ਆਪਣੀ ਉਸ ਟਾਈਮ ਦੀ। ਸਾਰੇ ਮੈਂ ਆਪਣੇ ਪਿੱਠ ਦੇ ਸਾਰਾ ਨਿਸ਼ਾਨ ਦਿਖਾਇਆ। ਉਸ ਤੋਂ ਬਾਅਦ ਜਗ ਜ਼ਾਹਿਰ ਹੈ, ਤੁਸੀਂ ਤੁਹਾਡੇ ਵਰਗੇ ਭਰਾ ਜਿਹੜੇ ਜਾਗਦੀ ਜ਼ਮੀਰ ਚੈਨਲ ਹੈ, ਜਿੱਦਾਂ ਸਿਟੀ ਹੈਡਲਾਈਨ ਜਾਂ ਹੋਰ ਜਿਹੜੇ ਵੀ ਚੈਨਲ ਸੀਗੇ, ਉਹਨਾਂ ਨੇ ਇਹ ਸਾਰੀ ਜਿਹੜੀ ਵੀਡੀਓ ਸੀ ਸੰਗਤ ਦੇ ਸਾਹਮਣੇ ਰੱਖੀ, ਕਿਉਂਕਿ ਇਹਦੇ ਵਿੱਚ ਕਈ ਮਰੀ ਜ਼ਮੀਰ ਵਾਲੇ ਚੈਨਲ ਵੀ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਡਰ ਹੁੰਦਾ ਆ। ਚਲੋ ਆਪ ਜੀ ਦੇ ਵੀਰਾਂ ਨੇ ਅੱਗੇ ਸਹਿਯੋਗ ਦਿੱਤਾ ਤੇ ਅੱਜ ਮੇਰੇ ਹਾਲ ਵੀ ਪੁੱਛਣ ਆਏ ਹੋ। ਇਹ ਸਾਰੀ ਗੱਲ ਵੀਰ ਜੀ ਮੈਂ ਹੁਣ ਸੰਗਤ ਸਾਹਮਣੇ ਰੱਖਦਾ। ਇੱਕ ਗੱਲ ਮੈਂ ਦੱਸਣਾ ਚਾਹੁੰਦਾ, ਪਿਛਲੇ ਸਮਿਆਂ ਦੇ ਵਿੱਚ ਮਸੰਦ ਹੁੰਦੇ ਸੀ। ਉਹ ਮਸੰਦ ਨੇ ਇਹ ਕੀਤਾ ਸੀ ਕਿ ਗੁਰੂ ਘਰ ਦੀ ਜਿਹੜੀ ਮਰਿਆਦਾ ਹੁੰਦੀ ਸੀ ਨਾ, ਉਹਨੂੰ ਢਾਹ ਲਾਇਆ ਸੀ, ਤੇ ਕਲਗੀਧਰ ਪਾਤਸ਼ਾਹ ਨੇ ਤੇਲ 'ਚ ਸਾੜਿਆ ਸੀ। ਤੇ ਇਹ ਤਾਂ ਮਸੰਦਾਂ ਤੋਂ ਵੀ ਗਾਹ ਟੱਪ ਗਏ ਆ। ਇਹਨਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਾਤੀਆਂ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਤੇ, ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਕਰਾਤੇ। ਬਾਬਾ ਬੁੱਢਾ ਜੀ ਦੀ ਥਾਂ ਤੇ ਬੈਠੇ ਗ੍ਰੰਥੀ ਸਿੰਘਾਂ ਨੂੰ ਬੋਰੀਆਂ 'ਚ ਪਾ ਕੇ ਕੁੱਟਿਆ। ਗੁਰੂ ਘਰ ਦੇ ਪ੍ਰਸਿੱਧ ਕਥਾਵਾਚਕ ਨੂੰ ਧੱਕੇ ਮਾਰ ਕੇ ਕੱਢਿਆ। ਗੁਰੂ ਘਰ ਦੇ ਕੀਰਤਨੀ ਨੂੰ ਮੁੱਦਾ ਪਾ ਕੇ ਕੁੱਟਿਆ। ਗੁਰੂ ਘਰ ਦੇ ਅਰਦਾਸੀਏ ਸਿੰਘ ਨੂੰ ਸਿਰਫ 100 ਰੁਪਏ ਪਿੱਛੇ ਲਾਸ਼ਾਂ ਪਾ ਕੇ ਤੇ ਠੰਡ ਦੇ ਦਿਨ 'ਚ ਰਾਤੀ 10:30 ਵਜੇ ਦਾ ਸਮਾਨ ਜਗਰਾਉਂ ਪੁਲ ਤੇ ਸਿੱਟਤਾ, ਤੇ ਪੂਰੀ ਰਾਤ ਉਹ ਗੁਰਸਿੱਖ ਜਗਰਾਉਂ ਪੁਲ ਤੇ ਬੈਠਿਆ ਰਿਹਾ, ਤੇ ਸਵੇਰੇ 5 ਵਜੇ ਦੀ ਪਹਿਲੀ ਬੱਸ ਫੜ ਕੇ ਉਹ ਆਪਣੇ ਪਿੰਡ ਨੂੰ ਗਿਆ। ਮੈਂ ਆਪ ਜੀ ਨੂੰ ਆਡੀਓ ਦੇ ਸਕਦਾ ਉਹ ਗੁਰਸਿੱਖ ਦੀ। ਭਾਜੀ 100 ਰੁਪਏ ਪਿੱਛੇ ਯਾਰ ਉਹ ਅਰਦਾਸੀਏ ਸਿੰਘ ਨੂੰ ਕੁੱਟਿਆ ਤੁਸੀਂ। ਮੈਨੂੰ ਇੱਕ ਗੱਲ ਕਹੀ ਦੱਸੀ ਜਾਵੇ, ਸੰਗਤ ਜੀ ਆਪ ਜੀ ਦੱਸੋ, ਗੁਰੂ ਨਾਨਕ ਦਾ ਘਰ ਸਾਰਿਆਂ ਦੇ ਵਿੱਚ ਸਾਰਿਆਂ ਵਾਸਤੇ ਸਾਂਝਾ ਹੁੰਦਾ, ਭਾਵੇਂ ਹਿੰਦੂ ਮੁਸਲਮਾਨ ਸਿੱਖ ਈਸਾਈ। ਅੱਜ ਭਾਵੇਂ ਸਿੱਖ ਭਾਵੇਂ ਆਪਣੀ ਨਿੱਜੀ ਜਾਇਦਾਦ ਸਮਝਣ ਗੁਰੂ ਨਾਨਕ ਨੂੰ, ਗੁਰੂ ਨਾਨਕ ਸਾਰਿਆਂ ਦਾ ਸਾਂਝਾ ਸੀਗਾ ਤੇ ਹੈ ਵੀ ਨੇ। ਗੁਰੂ ਨਾਨਕ ਸਾਹਿਬ ਸਾਰੇ ਸਾਂਝੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਪੂਰੇ ਸੰਸਾਰ ਨੂੰ ਠੰਡ ਵਰਤਾਉਣ ਵਾਸਤੇ ਸੀਗਾ, ਸ਼ਬਦ ਗੁਰੂ। ਤੇ ਅੱਜ ਕੀ ਗੁਰੂ ਘਰ ਦੇ ਵਿੱਚ ਇਹੋ ਜਿਹੇ ਗੁੰਡੇ, ਇੱਥੋਂ ਤੱਕ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਮੈਂ ਇੱਕ ਸਵਾਲ ਪੁੱਛਦਾ ਹਾਂ ਕਿ ਤੁਹਾਡੇ ਇਹ ਬਕਾਇਦਾ ਮੈਂਬਰ ਨੇ, ਤੇ ਇਹੋ ਜਿਹੇ ਤੁਹਾਡੇ ਮੈਂਬਰ ਹੁੰਦੇ ਨੇ ਕਿ ਜਿਹੜੀ ਗੁਰੂ ਕੀ ਸੰਗਤ, ਗੁਰੂ ਕੇ ਢਾਡੀ ਰਾਗੀ ਕਥਾਵਾਚਕ ਅਰਦਾਸੀ ਸਿੰਘ ਤੇ ਗੁੰਡਾਗਰਦੀ ਕਰਨ। ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ, ਇਹ ਕਹਿੰਦਾ ਪਿਛਲੇ 35 ਸਾਲਾਂ ਦੇ ਵਿੱਚ ਕਿਸੇ ਦੀ ਮਜਾਲ ਨਹੀਂ ਹੋਈ। ਤੇ ਮੈਂ ਬੇਨਤੀ ਕਰਦਾ ਕਿ ਸੰਗਤ ਜੀ, ਉਹ ਮਸੰਦ ਨੂੰ ਤਾਂ ਕਲਗੀਧਰ ਪਾਤਸ਼ਾਹ ਨੇ ਸਾੜਿਆ ਸੀ, ਤੇ ਅੱਜ ਕਲਗੀਧਰ ਪਾਤਸ਼ਾਹ ਦੇ ਪੁੱਤਰ ਅੱਜ ਵੀ ਨੇ, ਮੈਂ ਵੀ ਪੁੱਤਰ ਆ, ਤੇ ਕਈ ਪੁੱਤਰ ਅੱਜ ਵੀ ਜਾਗਦੀ ਜ਼ਮੀਰ ਵਾਲੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਇਹ ਮਸੰਦਾਂ ਤੋਂ ਵੀ ਗਾਹ ਟੱਪ ਗਏ ਨੇ, ਮਸੰਦ ਪ੍ਰੋ ਹੈਗੇ ਨੇ, ਮਸੰਦ ਪ੍ਰੋ ਨੇ, ਤੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਉੱਦਾਂ ਹੀ ਸਜ਼ਾ ਦਿੱਤੀ ਜਾਵੇ ਗੁਰੂ ਮਰਿਆਦਾ ਰਹਿਤ, ਜਿੱਦਾਂ ਪੁਰਾਤਨ ਮਰਿਆਦਾ ਦੇ ਹਿਸਾਬ ਨਾਲ। ਤੇ ਇਹਨਾਂ ਤੇ ਜਿਹੜੀ ਵੀ ਮੇਰੇ ਇਹਨਾਂ ਨੇ ਕਕਾਰ ਲਾਏ, ਦਾੜੀ ਪੁੱਟੀ, ਜਾਨਲੇਵਾ ਹਮਲਾ ਕੀਤਾ, ਤੇ ਇਹਨਾਂ ਤੇ ਜੋ ਬੰਦੀ ਕਾਰਵਾਈ 295 307, ਕਿਉਂਕਿ ਇਹਨਾਂ ਨੇ ਤੇ ਮੇਰਾ ਗਲਾ ਤੇ ਘੋਟ ਦਿੱਤਾ ਸੀ, ਕਿਰਪਾਨ ਹੀ ਮਾਰਤੀ ਹੈ, ਤੇ ਗੁਰੂ ਸਾਹਿਬ ਦੇ ਹੱਥ ਕਰਕੇ ਮੈਂ ਬਚ ਗਿਆ। ਇਹਨਾਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ, ਤੇ ਇਹਨਾਂ ਨੂੰ ਕੱਲਾ ਕੱਢਿਆ ਨਾ ਜਾਵੇ, ਜੁੱਤੀਆਂ ਦਾ ਹਾਰ ਪਾ ਕੇ ਤੇ ਜੁੱਤੀਆਂ ਮਾਰ ਕੇ ਸੰਗਤ ਗੁਰੂ ਕੀ ਸੰਗਤ ਕੱਢੇ। ਮੈਂ ਨਹੀਂ ਕੱਢ ਸਕਦਾ। ਇਹ ਤਾਂ ਹੁਣ ਮੋਰਚਾ ਕਲਗੀਧਰ ਪਾਤਸ਼ਾਹ ਸਾਹਮਣ ਉਹ ਸਾਂਭ ਲੈਣ ਤਾਂ ਹੀ ਕੁਝ ਹੋ ਸਕਦਾ। ਤੇ ਮੈਂ ਤਾਂ ਇੱਕ ਗੱਲ ਕਹਿਤੀ ਸੀ, ਮੇਰੀ ਹੱਥ ਬਾਂਹ ਤੋੜੇ ਹੈ, ਮੇਰੇ ਅੰਦਰ ਜਦੋਂ ਤੱਕ ਸਾਹ ਹੈ ਨਾ, ਹੁਣ ਮੈਂ ਬਹਿਣ ਜੋਗਾ ਹੈਗਾ, ਭਾਵੇਂ ਮੇਰਾ ਲੱਕ ਵੀ ਤੋੜਤਾ ਜਾਵੇ, ਜੇ ਮੈਂ ਸਾਹ ਜਦੋਂ ਤੱਕ ਚੱਲਦੇ ਹੋਣ ਨਾ, ਮੈਂ ਲੇਟ ਕੇ ਵੀ ਪ੍ਰਚਾਰ ਕਰੂੰਗਾ। ਜਦੋਂ ਤੱਕ ਗੋਲੀ ਨਹੀਂ ਮਰਵਾ ਦਿੰਦੇ ਮੈਂ ਮਰ ਨਹੀਂ ਜਾਂਦਾ। ਔਰ ਤਦੋਂ ਤੱਕ ਮੈਂ ਇੱਦਾਂ ਹੀ ਬੋਲੂੰਗਾ ਜਦੋਂ ਤੱਕ ਇਹ ਗੁਰੂ ਘਰ ਤੋਂ ਇਹੋ ਜਿਹੇ ਮਸੰਦ ਕੱਢ ਨਹੀਂ ਦਿੱਤੇ ਜਾਂਦੇ। ਇਹ ਇਹਨਾਂ ਦੇ ਮਨ ਦਾ ਵਹਿਮ ਹੈ ਕਿ ਇਹਨੂੰ
ਇੱਦਾਂ ਕੁੱਟਿਆ ਤੇ ਇਹ ਗੁਰਦੁਆਰੇ ਦਾ ਨਾਮ ਭੁੱਲ ਜੂਗਾ। ਤੇ ਇੱਕ ਗੱਲ ਕਹਿ ਦੇਣਾ ਚਾਹਨਾ ਕਿ ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਆ ਤੇ ਪਟਨਾ ਸਾਹਿਬ ਤੋਂ ਆਇਆ ਤੇ ਪਾਲਿਆ ਵੀ ਕਲਗੀਧਰ ਪਾਤਸ਼ਾਹ ਨੇ। ਤੁਸੀਂ ਪਤਾ ਨਹੀਂ ਤੁਹਾਨੂੰ ਤਾਂ ਬਾਦਲਾਂ ਨੇ ਪਾਲਿਆ ਆ। ਤੁਸੀਂ ਉਹਨਾਂ ਦੇ ਸ਼ਹਿਰ 'ਚੋਂ ਪਿਛਲੇ ਦਿਨ ਹੀ ਇਹ ਬੰਦਾ ਉਸ ਬਾਦਲ ਲਾਣੇ ਦੇ ਖੇਮੇ 'ਚ ਜਾ ਕੇ ਖੜਿਆ ਜਿਨ੍ਹਾਂ ਉੱਤੇ ਅਥਾਹ ਨੌਜਵਾਨਾਂ ਦੇ ਤਸ਼ੱਦਦ ਦੇ ਕੇਸ ਪਏ ਹੈ, ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ ਲੱਗਦੇ ਹੈ। ਜੇ ਆਪਣੇ ਆਪ ਨੂੰ ਗੁਰੂ ਘਰ ਦਾ ਮੁੱਖ ਸੇਵਾਦਾਰ ਕਹਾਂਦਾ ਹੈ, ਜੇ ਆਪਣੇ ਆਪ ਨੂੰ ਗੁਰਸਿੱਖ ਕਹਾਂਦਾ ਹੈ, ਤੇ ਤੂੰ ਉਹ ਬਾਦਲ ਲਾਣੇ ਦੇ ਨਾਲ ਜਾ ਕੇ ਖੜਿਆ ਆ। ਜੇ ਤੈਨੂੰ ਇੱਦਾਂ ਹੀ ਸਮਾਜ ਦੇ ਭਲੇ ਦੀ ਲੋੜ ਸੀਗੀ, ਤੁਸੀਂ ਹੋਰ ਆਜ਼ਾਦ ਖੜ ਜਾਂਦੇ, ਹੋਰ ਪਾਰਟੀਆਂ ਨਾਲ ਖੜ ਜਾਂਦੇ, ਮਗਰ ਉਹ ਬਾਦਲ ਲਾਣੇ ਦੇ ਨਾਲ ਖੜਿਆ ਜਿਹਦਾ ਵਰਸਾਇਆ ਗੁੰਡਾ ਹੈਗਾ। ਤੇ ਇਹ ਗੁੰਡਾ ਭਾਵੇਂ ਜਿੰਨਾ ਮਰਜ਼ੀ ਹੋਵੇ, ਮੇਰੇ ਗੁਰੂ ਨਾਨਕ ਤੇ ਮੇਰੇ ਕਲਗੀਧਰ ਪਾਤਸ਼ਾਹ ਤੋਂ ਵੱਡਾ ਨਹੀਂ ਹੈ। ਇੱਥੋਂ ਵੱਡੇ ਦੇ ਤਖਤ ਪਲਟੇ ਗਏ ਆ ਤੇ ਇਹਦਾ ਵੀ ਤਖਤ ਪਲਟਿਆ ਜਾਏਗਾ। ਤੇ ਮੈਂ ਇੱਕ ਹੋਰ ਗੱਲ ਕਹਿ ਦੇਣਾ ਚਾਹੁੰਦਾ ਲੁਧਿਆਣੇ ਦੀ ਸੰਗਤ ਨੂੰ, ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਜੇ ਤੁਸੀਂ ਮੇਰੇ ਨਾਲ ਚੜ੍ਹਦੀ ਕਲਾ ਦੀ ਗੱਲਾਂ ਕਰਨੀਆਂ ਨੇ ਫੋਨ ਕਰੋ, ਮੇਰੇ ਨਾਲ ਡਰਾਵੇ ਦੇਣ ਵਾਸਤੇ ਮੈਨੂੰ ਫੋਨ ਨਾ ਕਰੋ। ਗੁਰੂ ਨਾਨਕ ਨਿਰਭਉ ਆ ਤੇ ਨਿਰਵੈਰ ਹੈ। ਜੇ ਤੁਹਾਡੀ ਵਰਗੀ ਸੰਗਤ ਉਸ ਟਾਈਮ ਹੁੰਦੀ ਤੇ ਤੁਸੀਂ ਬਾਬਾ ਫਤਿਹ ਸਿੰਘ ਨੂੰ ਵੀ ਡਰਾ ਦੇਣਾ ਸੀ ਕਿ ਰਹਿਣ ਦਿਓ ਬਾਬਾ ਫਤਿਹ ਸਿੰਘ ਜੀ, ਤੁਸੀਂ ਲੈ ਲਓ ਮਹਿਲ ਤੇ ਰਾਨੀਆਂ ਤੇ ਛੱਡ ਦਿਓ ਤੇ ਨਾ ਬੋਲੋ, ਇਹਨਾਂ ਦੇ ਸਾਹਮਣੇ ਬਹੁਤ ਪਾਵਰਫੁਲ ਨੇ। ਤੇ ਮੈਂ ਹੱਥ ਜੋੜਦਾ ਆ, ਬਾਬਾ ਫਤਿਹ ਸਿੰਘ ਨੇ 7 ਸਾਲ ਦੀ ਉਮਰ ਜੀ ਸੀ, ਮੈਂ ਤਾਂ ਫਿਰ ਵੀ 26 ਕੱਢ ਲਿਆ। ਮੈਂ ਜੋ ਆਨੰਦ 'ਚ ਹੈਗਾ। ਤੇ ਮੈਨੂੰ ਜੇ ਢਹਿੰਦੀ ਕਲਾ ਦੀ ਜਿਹੜੀ ਸੰਗਤ ਨੇ ਫੋਨ ਕਰਨ ਨਾ ਕਰਨ, ਜਿਨ੍ਹਾਂ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਦੇਣਾ ਹੈ ਤੇ ਗੁਰੂ ਘਰ ਦੀ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਤੇ ਗੁਰੂ ਦੀ ਸੰਗਤ ਵਾਸਤੇ ਖੜਨਾ ਹੈ, ਉਹ ਜ਼ਰੂਰ ਮੇਰੇ ਨਾਲ ਫੋਨ ਕਰਨ। ਵੀਰ ਜੀ, ਜਿਹੜੀ ਤੁਹਾਡੇ ਤੇ ਤਸ਼ੱਦਦ ਹੋਈ, ਤੁਹਾਡੇ ਉੱਪਰ ਜਿਹੜਾ ਹੈ ਮਤਲਬ ਜਾਨਲੇਵਾ ਹਮਲਾ ਕੀਤਾ ਗਿਆ, ਤੇ ਉਹਦਾ ਜੇ ਆਪਾਂ ਕਾਰਨ ਦੇਖੀਏ, ਸਿਰਫ ਇੰਨਾ ਕਾਰਨ ਸੀ ਕਿ ਤੁਸੀਂ ਸੰਗਤ ਵਾਸਤੇ ਆਵਾਜ਼ ਚੁੱਕੀ? ਵੀਰ ਜੀ, ਬਸ ਇਹੀ ਕਾਰਨ ਸੀਗਾ ਕਿ ਸੰਗਤ ਵਾਸਤੇ ਮੈਂ ਕਿਹਾ ਸੀ ਕਿ ਪ੍ਰਬੰਧ ਕੀਤੇ ਜਾਣ। ਜਦੋਂ 2 ਦਿਨ ਬਾਅਦ ਵੀ ਮੈਂ ਦੇਖਿਆ ਕਿ ਉੱਥੇ, ਕਿਉਂਕਿ ਉਸ ਤੋਂ ਬਾਅਦ ਹੀ ਮੈਂ ਸੇਵਾ ਤੇ ਜਾਂਦਾ ਰਿਹਾ, ਜਦੋਂ 2 ਦਿਨ ਬਾਅਦ ਵੀ ਮੈਂ ਦੇਖਿਆ ਕਿ ਉੱਥੇ ਕੋਈ ਪ੍ਰਬੰਧ ਨਹੀਂ ਹੋਇਆ, ਤੇ ਮੈਂ ਫਿਰ ਇੱਕ ਵੀਡੀਓ ਪਾਤੀ ਸੀ। ਵੀਰ ਜੀ, ਉਸ ਦਿਨ ਤਾਂ ਹੱਦ ਹੀ ਹੋ ਗਈ ਸੀ, ਛੋਟੇ ਬੱਚੇ ਵੀ ਬਗੈਰ ਗੱਦੇ ਦੇ ਸੁੱਤੇ। ਤੇ ਅੱਗੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੀ ਸੰਗਤ ਆਂਦੀ ਹੈ ਉਹਨਾਂ ਦੀ ਪਹਿਲੀ ਵੈਰੀਫਿਕੇਸ਼ਨ ਕਰਕੇ ਸਵਾਤਾ ਜਾਵੇ। ਰਾਤੀ 12 ਵਜੇ ਉਹਨਾਂ ਨੂੰ ਠੇਡੇ ਮਾਰ ਕੇ ਤੇ ਹੱਥ ਮਾਰ ਕੇ ਤੁਸੀਂ ਉਠਾ ਰਹੇ ਹੋ। ਵੀਰ ਜੀ, ਮੈਨੂੰ ਕੀ ਪਤਾ ਕੌਣ ਦਿਨ ਦਾ ਸਫ਼ਰ ਕਰਕੇ ਆਇਆ ਜਾਂ ਕਈ ਹੁਣੇ ਆਏ ਥੱਕੇ ਟੁੱਟੇ ਨੇ, ਸੁੱਤੇ ਪਏ ਤੇ ਉਠਾਲਣਾ ਮੈਂ ਕਿਹਾ ਇਹ ਜਾਇਜ਼ ਨਹੀਂ, ਤੁਸੀਂ ਪਹਿਲੇ ਉਹਨਾਂ ਦੀ ਵੈਰੀਫਿਕੇਸ਼ਨ ਕਰ ਲਓ। ਤੇ ਉਸ ਰਾਤ ਇਹਨਾਂ ਨੇ ਇਹ ਤੱਕ ਕੀਤਾ, ਤੁਸੀਂ ਲਾਈਵ ਵੀਡੀਓ ਮੇਰੀ ਦੇਖ ਸਕਦੇ ਹੋ, ਉਹਦੇ ਵਿੱਚ ਇਹ ਕਹਿ ਰਹੇ ਹੈ, ਉਹ ਜਿਹੜਾ ਹਿੰਦੂ ਅੰਕਲ ਸੀ ਉਹ ਇਹ ਕਹਿ ਰਹੇ ਸੀ ਕਿ ਮੇਰੇ ਬੇਟੇ ਨੂੰ ਮੈਡੀਕਲ ਇਸ਼ੂ ਹੈ ਤੇ ਉਹ ਗੱਦੇ ਤੇ ਸੁੱਤਾ ਸੀ ਤੇ 12:30 ਦਾ ਟਾਈਮ ਸੀ ਤੇ ਸੇਵਾਦਾਰ ਗੱਦਾ ਖਿੱਚ ਕੇ ਲੈ ਗਿਆ, ਕਹਿੰਦਾ ਐਵੇਂ ਹੀ ਸੋ ਚਾਦਰ ਤੇ, ਗੱਦਾ ਨਹੀਂ ਹੈਗਾ। ਤੇ ਛੋਟੇ ਬੱਚੇ ਤੁਸੀਂ ਵੀਡੀਓ 'ਚ ਦੇਖੋਗੇ ਨਾ, ਛੋਟੇ ਬੱਚੇ 8 ਮਹੀਨੇ 1.25 ਸਾਲ ਦੇ ਬਗੈਰ ਗੱਦੇ ਤੇ। ਮੈਂ ਕਹਿਣਾ ਚਾਹੁੰਦਾ, ਅੱਜ ਮੇਰੇ ਘਰ ਭਾਈ ਹਰਪ੍ਰੀਤ ਸਿੰਘ ਦੇ ਘਰ ਕੋਈ ਗੁਰੂ ਪੰਥ ਦਾ ਕੋਈ ਗੁਰਸਿੱਖ ਪਿਆਰਾ ਆ ਜਾਵੇ ਤੇ ਮੇਰੇ ਘਰ ਆਵੇ, ਮੈਂ ਉਹਨੂੰ ਗੱਦਾ ਜਾਂ ਕੁਝ ਪ੍ਰੋਵਾਈਡ ਨਾ ਕਰਾਂ ਤੇ ਉਹ ਮੇਰੇ ਘਰ ਇਹ ਕਹਿ ਕੇ ਚੱਲ ਜਾਵੇ ਕਿ ਅੱਜ ਤੋਂ ਬਾਅਦ ਹਰਪ੍ਰੀਤ ਸਿੰਘ ਦੇ ਘਰ ਨਹੀਂ ਆਣਾ, ਮੈਨੂੰ ਇੰਨਾ ਦੁੱਖ ਹੋਏਗਾ। ਤੇ ਗੁਰੂ ਨਾਨਕ ਦੇ ਘਰ ਆਈ ਸੰਗਤ ਇੰਨੀ ਗੱਲ ਕਹਿ ਜਾਵੇ ਕਿ ਅੱਜ ਤੋਂ ਬਾਅਦ ਇੱਥੇ ਨਹੀਂ ਆਣਾ, ਤੇ ਭਾਜੀ ਤੁਸੀਂ ਦੱਸੋ, ਸਾਡੇ ਤੋਂ ਵੱਡਾ ਹੈ ਗੁਰੂ ਨਾਨਕ ਦਾ ਘਰ? ਗੁਰੂ ਨਾਨਕ ਹੈ ਤੇ ਅਸੀਂ ਆ, ਗੁਰੂ ਨਾਨਕ ਸਾਹਿਬ ਨਹੀਂ ਤੇ ਅਸੀਂ ਵੀ ਨਹੀਂ। ਤੇ ਗੁਰੂ ਨਾਨਕ ਦੇ ਘਰ ਤੇ ਮੈਂ ਕਹਿੰਦਾ ਕਿਸੇ ਚੀਜ਼ ਦੀ ਘਾਟ ਹੋਣੀ ਨਹੀਂ ਚਾਹੀਦੀ। ਤੁਸੀਂ ਲੰਗਰ ਦਾ ਪ੍ਰਬੰਧ ਜਾ ਕੇ ਕਦੀ ਦੇਖੋ, ਪ੍ਰਸ਼ਾਦੇ ਤਾਂ ਇਹ ਹੁੰਦੇ ਆ ਲੱਕੜ ਵਾਂਗ ਪ੍ਰਸ਼ਾਦੇ ਹੁੰਦੇ ਆ ਇਹਨਾਂ ਦੇ ਆਪ ਦੇ। ਉੱਥੇ ਰੋਟੀਆਂ ਵੱਖਰੀਆਂ ਬੰਦੀਆਂ ਨੇ ਤਵੇ ਦੀਆਂ ਤੇ ਸੰਗਤ ਅਤੇ ਮਸ਼ੀਨ ਦੀ ਕੜੇ ਪ੍ਰਸ਼ਾਦੇ ਹੁੰਦੇ। ਕਈ ਵਾਰ ਇੱਥੋਂ ਤੱਕ ਕਿ ਇਹ ਜਿਹੜੀ ਸਬਜ਼ੀ ਹੈ ਖੱਟੀ ਸਬਜ਼ੀ ਵੀ ਸੰਗਤ ਦੇ ਵਿੱਚ ਵਰਤਾ ਦਿੰਦੇ। ਯਾਰ ਕੀ ਹੈ, ਮਾਤਾ ਖੀਵੀ ਜੀ ਨੇ ਲੰਗਰ ਆਪਣੇ ਪੁੱਤਾਂ ਵਾਂਗ ਆਪਣੇ ਬੱਚਿਆਂ ਨੂੰ ਛਕਾਈ ਸੀ, ਦੇਸੀ ਘਿਓ ਪਾ ਕੇ। ਤੇ ਤੁਸੀਂ ਇਹ ਕਿ ਇਹ ਗੁਰੂ ਨਾਨਕ ਦੇ ਪਿਆਰੇ ਨੂੰ ਕੀ ਹਾਲ ਕੀਤਾ? ਇਹ ਗੁਰੂ ਘਰ ਹੈ, ਕਿਸੇ ਦੀ ਪ੍ਰਾਈਵੇਟ ਉਹ ਨਹੀਂ ਹੈਗਾ, ਪ੍ਰਾਈਵੇਟ ਘਰ ਦੀ। ਜੇ ਗੁਰੂ ਨਾਨਕ ਦਾ ਘਰ ਹੈ ਤੇ ਇੱਥੇ ਗੁਰੂ ਨਾਨਕ ਦੀ ਮਰਿਆਦਾ ਬਹਾਲ ਹੋਏਗੀ, ਗੁਰੂ ਨਾਨਕ ਸਾਹਿਬ ਜੀ ਦੀ ਮਰਿਆਦਾ ਬਹਾਲ ਹੋਏਗੀ। ਇੱਥੇ ਕਿਸੇ ਦੀ ਪਰਸਨਲ ਚੌਧਰਗਿਰੀ ਨਹੀਂ ਚੱਲੇਗੀ। ਜੇ ਪਰਸਨਲ ਚੌਧਰਗਿਰੀ ਚੱਲੂਗੀ ਤੇ ਉੱਥੇ ਦੁੱਖ ਨਿਵਾਰਨ ਸਾਹਿਬ ਕੱਢਤਾ ਜਾਵੇ, ਕਿਉਂਕਿ ਦੁੱਖ ਦਾ ਮਤਲਬ ਹੁੰਦਾ ਹੈ, ਦੁੱਖ ਨਿਵਾਰਨ ਦਾ ਮਤਲਬ ਜਿੱਥੇ ਦੁੱਖ ਕੱਟੇ ਜਾਂਦੇ ਆ ਉੱਥੇ ਤਾਂ ਦੁੱਖ ਦੇ ਹੀ ਜਾਂਦੇ ਆ, ਰਾਗੀ ਨੂੰ ਵੀ, ਅਰਦਾਸੀ ਸਿੰਘ ਨੂੰ ਵੀ ਤੇ ਗੁਰੂ ਕੀ ਸੰਗਤ ਨੂੰ ਵੀ, ਗੁਰੂ ਦੇ ਪਿਆਰੇ ਨੂੰ ਵੀ। ਤੇ ਨਹੀਂ, ਦੁੱਖ ਨਿਵਾਰਨ ਸਾਹਿਬ ਦਾ ਮਤਲਬ ਹੈ ਦੁੱਖ ਕੱਟੇ ਜਾਂਦੇ ਆ। ਤੇ ਜੇ ਉੱਥੇ ਉਹ ਲਿਖ ਦੇਣ ਗੁਰੂ ਕੀ ਲੰਗਰ ਦੀ ਜਗ੍ਹਾ ਪਾਲੀ ਪ੍ਰਧਾਨ ਦਾ ਲੰਗਰ, ਦੁੱਖ ਨਿਵਾਰਨ ਸਾਹਿਬ ਦੇ ਪਾਸੇ ਲਿਖ ਦੇਣ ਪਾਲੀ ਪ੍ਰਧਾਨ ਦਾ ਗੁਰਦੁਆਰਾ, ਫਿਰ ਮੈਂ ਕਹਿੰਦਾ ਮੈਂ ਉਸ ਦਿਨ ਤੋਂ ਹੀ ਆਵਾਜ਼ ਚੱਕਣੀ ਬੰਦ ਕਰ ਦੂੰਗਾ। ਜਦੋਂ ਤੱਕ ਉੱਥੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਲਿਖਿਆ ਤੇ ਗੁਰੂ ਕਾ ਲੰਗਰ ਲਿਖਿਆ, ਮੈਂ ਤਦੋਂ ਤੱਕ ਆਵਾਜ਼ ਚੱਕੂੰਗਾ। ਵੀਰ ਜੀ, ਗੁਰਦੁਆਰਾ ਸਾਹਿਬ ਜਿਹੜਾ ਹੈ ਲੁਧਿਆਣੇ ਦਾ ਇੰਨਾ ਪੁਰਾਣਾ ਗੁਰਦੁਆਰਾ ਤੇ ਇੰਨਾ ਵੱਡਾ ਗੁਰਦੁਆਰਾ ਹੈ, ਹੁਣ ਤੱਕ ਕਿਸੇ ਨੇ ਆਵਾਜ਼ ਕਿਉਂ ਨਹੀਂ ਚੱਕੀ? ਜੇ ਇਹ ਚੀਜ਼ ਪਹਿਲਾਂ ਵੀ ਹੁੰਦੀ ਸੀਗੀ, ਤੁਸੀਂ ਇਹ ਚੀਜ਼ ਦੇ ਉੱਤੇ ਆਵਾਜ਼ ਚੱਕੀ, ਤੁਹਾਡੇ ਤੋਂ ਪਹਿਲਾਂ ਬੜੇ ਸਾਰੇ ਜਿਹੜੇ ਵੀਰ ਨੇ ਉੱਥੇ ਆਏ, ਉੱਥੇ ਆਉਂਦੇ ਨੇ, ਪਹਿਲਾਂ ਕਿਸੇ ਦਾ ਇਹ ਮੁੱਦਾ ਕਿਉਂ ਨਹੀਂ ਚੱਕਿਆ? ਵੀਰ ਜੀ, ਜਦੋਂ ਮੈਂ ਆਵਾਜ਼ ਚੱਕੀ ਸੀ ਨਾ, ਪਹਿਲੇ ਦਿਨ ਹੀ ਮੇਰਾ ਇਹਨਾਂ ਨੇ ਹੱਥ ਪੈਰ ਤੋੜ ਦੇਣਾ ਸੀ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਉਹ ਮੈਂ ਲਾਈਵ ਕਰਕੇ ਬਚ ਗਿਆ ਸੀ। ਮੈਨੂੰ ਜਿੱਦਾਂ ਸੰਗਤ ਨੇ ਦੱਸਿਆ, ਮੈਂ ਤਾਂ 2014 'ਚ ਹੀ ਆਇਆ ਇੱਥੇ ਲੁਧਿਆਣੇ। ਸੰਗਤ ਜਿੱਦਾਂ ਲੋਕਲ ਸੰਗਤ ਦੱਸ ਰਹੀ ਹੈ, ਜਿਨ੍ਹਾਂ ਨੇ 30-35 ਸਾਲ ਇਹਨਾਂ ਨੂੰ ਦੇਖਿਆ ਆ ਕਾਬਜ ਹੁੰਦੇ,
ਤੇ ਸੰਗਤ ਦੱਸ ਰਹੀ ਹੈ ਕਿ ਇਹ ਮੰਨਿਆ ਹੋਇਆ ਗੁੰਡਾ ਸੀਗਾ, ਇਹਦੇ ਸਾਹਮਣੇ ਕੋਈ ਬੋਲ ਨਹੀਂ ਪਾਉਂਦਾ ਸੀ। ਬਸ ਉਹ ਡਰ ਦੇ ਕਰਕੇ ਨਾ ਅੱਜ ਤੱਕ ਇਹਦੇ ਅੱਗੇ ਕੋਈ ਖੜਿਆ ਨਹੀਂ। ਜੇ ਕੋਈ ਖੜਿਆ ਅਰਦਾਸੀਆ ਸਿੰਘ ਜਾਂ ਕੋਈ ਰਾਗੀ, ਉਹਨੂੰ ਇਹਨਾਂ ਨੇ ਉੱਥੇ ਚੱਕ ਕੇ ਬਾਹਰ ਮਾਰਿਆ। ਜੇ ਕੋਈ ਕਥਾਵਾਚਕ ਉੱਥੇ ਕਥਾ ਕਰਦੇ ਗੁਰੂ ਕੇ ਪ੍ਰਬੰਧ ਵਾਸਤੇ ਵਾਚਕ ਹੀ, ਉਹਨਾਂ ਦੀ ਇਹਨਾਂ ਨੇ ਕਥਾ ਬੰਦ ਕਰਕੇ ਬਾਹਰ ਮਾਰਿਆ। ਜੇ ਕੋਈ ਦੇਖੋ ਵੀਰ ਜੀ, ਮੈਂ ਇੱਕ ਗੱਲ ਕਹਿਣਾ, ਇੱਥੇ ਨਹੀਂ ਸੰਸਾਰ ਭਰ 'ਚ ਜਿੱਥੇ ਵੀ ਗੁਰੂ ਘਰ ਦੇ ਲਾਗੇ ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਕੋਈ ਐਸੀ ਜਗ੍ਹਾ ਪੈਂਦੀ ਹੈ, ਉਹਦੇ ਲਾਗੇ ਅਗਰ ਗੁਰੂ ਘਰ ਹੈ, ਉੱਥੇ ਪੁਖਤਾ ਪ੍ਰਬੰਧ ਕੀਤੇ ਜਾਣ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦਾ ਹੀ ਆਸਰਾ ਹੁੰਦਾ, ਕਿਉਂਕਿ ਨਿਸ਼ਾਨ ਸਾਹਿਬ ਲੱਗੇ ਹੈ। ਤੇ ਉੱਥੇ ਲੰਗਰ ਦਾ ਸੰਗਤ ਦੇ ਸੌਣ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾਣ। ਉਹ ਫਿਰ ਗੁਰੂ ਨਾਨਕ ਦੇ ਘਰ ਆ ਕੇ ਪਨਾਹ ਲੈਂਦੇ ਆ, ਕਿਉਂਕਿ ਉਹਨਾਂ ਨੇ ਰਾਤ ਰੁਕਣਾ, ਉਹਨਾਂ ਕੋਲ ਇੰਨੀ ਸਮਰੱਥਾ ਨਹੀਂ ਹੁੰਦੀ ਕਿ 1000 ਰੁਪਏ ਦਾ ਕਮਰਾ ਲੈ ਲੈਣ, ਤੇ ਉਹਨਾਂ ਵਾਸਤੇ ਆਸਰਾ ਗੁਰੂ ਨਾਨਕ ਸਾਹਿਬ ਹੀ ਬੰਦੇ ਆ। ਤੇ ਮੈਂ ਕਹਿੰਦਾ ਜੇ ਪ੍ਰਬੰਧਕ ਇਸ ਕਰਕੇ ਹੁੰਦੇ ਆ ਕਿ ਗੁਰੂ ਘਰ ਦਾ ਪ੍ਰਬੰਧ ਕਰ ਸਕਣ, ਇਸ ਕਰਕੇ ਥੋੜੀ ਹੁੰਦੇ ਆ ਕਿ ਗੁੰਡਾਗਰਦੀ ਕਰ ਸਕਣ। ਜੇ ਇਹਨਾਂ ਦੇ ਦਫ਼ਤਰ ਦੇ ਵਿੱਚ ਏਸੀ ਚੱਲ ਸਕਦਾ ਆ, ਤੇ ਗੁਰੂ ਨਾਨਕ ਦੀ ਸੰਗਤ ਵਾਸਤੇ ਕਿਉਂ ਨਹੀਂ ਏਸੀ ਚੱਲ ਸਕਦਾ? ਮੈਂ ਇੰਨੀ ਗੱਲ ਪੁੱਛਣਾ ਚਾਹੁੰਦਾ। ਮੈਂ ਸਿਰਫ ਇੰਨੀ ਗੱਲ ਕਹੀ ਸੀ ਜਿੱਥੇ ਗੁਰੂ ਨਾਨਕ ਦੇ ਪਿਆਰੇ ਸੋ ਰਹੇ ਨੇ, ਕਿ ਤੁਹਾਡੇ ਪ੍ਰਬੰਧਕ ਜਾਂ ਪ੍ਰਧਾਨ ਸੋ ਸਕਦੇ ਆ। ਇੰਨੀ ਗੱਲ ਤੇ ਮਾਰਨ ਤੇ ਆ ਗਏ ਸੀ, ਤੇ ਲਾਈਵ ਕਰਕੇ ਮੈਂ ਬਚ ਗਿਆ ਸੀ। ਜੇ ਇਹਨਾਂ ਦੇ ਦਫ਼ਤਰ ਦਾ ਏਸੀ ਬਿੱਲ ਕੌਣ ਭਰਦਾ? ਕਿ ਇਹਨਾਂ ਦੀ ਨਿੱਜੀ ਦੁਕਾਨ, ਕਿਰਿਆਨੇ ਦੀ ਦੁਕਾਨ ਜਾਂ ਫੈਕਟਰੀ ਚਲਾ ਕੇ ਉੱਥੋਂ ਬਿੱਲ ਭਰਦੇ? ਨਹੀਂ, ਇਹ ਗੁਰੂ ਕੇ ਦਸਵੰਧ ਤੋਂ ਬਿੱਲ ਭਰਦੇ ਆ ਉਹ ਏਸੀ ਦਾ ਵੀ। ਤੇ ਗੁਰੂ ਨਾਨਕ ਦੇ ਪਿਆਰੇ ਵਾਸਤੇ ਏਸੀ ਕਿਉਂ ਨਹੀਂ ਲੱਗ ਸਕਦੀ? ਜਿਹੜਾ ਨੀਚੇ ਦੀਵਾਨ ਹਾਲ ਹੈ, ਉੱਥੇ ਸੰਗਤ ਤੇ ਧੀਆਂ ਭੈਣਾਂ ਵਾਸਤੇ ਤੇ ਵੀਰਾਂ ਵਾਸਤੇ ਕਿਉਂ ਨਹੀਂ ਅੰਦਰ ਹਾਲ? ਉਹ ਹਾਲ ਖਾਲੀ ਹੈ ਵੀਰ ਜੀ, ਜੇ ਹੋਵੇ ਨਾ, ਜਗ੍ਹਾ ਨਹੀਂ ਹੈ, ਖਾਲੀ ਹੈ। ਕਈ ਸੰਗਤ ਕਹਿੰਦੀ ਹੈ ਕਿ ਇਹ ਪ੍ਰਧਾਨ ਕਰਕੇ ਗੁਰਦੁਆਰਾ ਐਡਾ ਵੱਡਾ ਹੋ ਗਿਆ। ਇੱਕ ਛੋਟਾ ਜਿਹਾ ਗੁਰੂ ਘਰ ਹੁੰਦਾ ਸੀ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਜਦੋਂ ਛੋਟਾ ਜਿਹਾ ਹੁੰਦਾ ਸੀ ਤੇ ਉਸ ਵੇਲੇ ਕੀ ਇੱਥੇ ਕੀਰਤਨ ਜਾਂ ਕੁਝ ਨਹੀਂ ਹੁੰਦਾ ਸੀ? ਇਹ ਕਹਿੰਦੇ ਸੀ ਇੱਦਾਂ ਹੀ ਸਾਰਾ ਕੁਝ ਹੁੰਦਾ ਸੀ। ਮੈਂ ਇੱਕ ਗੱਲ ਕਹਾਂ, ਇੱਕ ਛੋਟੇ ਕਮਰੇ 'ਚ ਵੀ ਨਾ ਰਹਿ ਕੇ ਬਾਬਾ ਨਾਨਕ ਸਿੰਘ ਜੀ ਨਾ ਜੰਗਲਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਸੀ, ਤੇ ਉੱਥੋਂ ਦੇਖੋ ਕਿੰਨਾ ਬੂਟਾ ਲੱਗ ਗਿਆ। ਇੱਕ ਛੋਟੇ ਜਿਹੇ ਕਮਰੇ 'ਚ ਵੀ ਜੇ ਇੰਨਾ ਪ੍ਰਚਾਰ ਹੁੰਦਾ ਸੀ, ਤੇ ਐਡਾ ਕਹਿੰਦੇ ਜਿੱਡਾ ਵੱਡਾ ਇਹਨੇ ਗੁਰਦੁਆਰਾ ਕਰਤਾ, ਜੇ ਇਹਦੀ ਜਗ੍ਹਾ ਹੋਰ ਕੋਈ ਹੁੰਦਾ ਨਹੀਂ ਕਰਨਾ ਸੀ। ਮੈਂ ਕਹਿੰਦਾ ਹੋਰ ਕੋਈ ਹੁੰਦਾ ਤੇ ਨਹੀਂ ਕਰ ਸਕਦਾ ਸੀ। ਵਾਕਈ ਸੱਚ ਹੈ। ਕਿਉਂ? ਕਿਉਂਕਿ ਉੱਥੇ ਉਹ ਗਰੀਬਾਂ ਦਾ ਖੂਨ ਡੁੱਲਿਆ। ਉੱਥੇ ਮੈਂ ਸੁਣਿਆ ਅੱਜ ਤੋਂ 20 ਸਾਲ ਪਹਿਲਾਂ ਉਹ ਬੰਦੇ ਆ ਕੇ ਮੈਨੂੰ ਮਿਲਦੇ ਨੇ ਜਿਨ੍ਹਾਂ ਦੀ ਚੱਲੀ ਚਲਾਈ ਦੁਕਾਨਾਂ ਹੁੰਦੀਆਂ ਸੀ, ਉੱਥੇ ਵਸੇ ਹੋਏ ਮਕਾਨ ਹੁੰਦੇ ਸੀ। ਗੁੰਡਾਗਰਦੀ ਕਰਕੇ ਉਹ ਦੁਕਾਨਾਂ ਖਾਲੀ ਕਰਾਈਆਂ ਗਈਆਂ। ਜਿਨ੍ਹਾਂ ਦੀ ਚੱਲੀ ਚਲਾਈ ਦੁਕਾਨ ਸੀ, ਉਹਨਾਂ ਦੇ 50-50 ਲੱਖ ਦੁਕਾਨ ਦੇ ਰੇਟ ਸੀ, ਤੇ 10-10 15-15 ਲੱਖ ਦੇ ਕੇ ਗੁੰਡਾ ਸੀ ਮੰਨਿਆ ਹੋਇਆ, ਖਾਲੀ ਕਰਾਇਆ ਗਿਆ। ਜਿਨ੍ਹਾਂ ਦੇ ਮਕਾਨ ਦਾ ਰੇਟ 30-30 ਲੱਖ ਸੀ, ਉਹਨਾਂ ਨੂੰ 18-18 ਲੱਖ ਦੇ ਕੇ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਉਹਨਾਂ ਨੂੰ ਟੌਰਚਰ ਕੀਤਾ ਗਿਆ, ਪਾਣੀ ਬੰਦ ਕੀਤਾ ਗਿਆ, ਲੈਟਰਿੰਗ ਦੀ ਪਾਈਪ ਉੱਤੇ ਛੱਡੀ ਗਈ, ਤਾਂ ਜੋ ਟੌਰਚਰ ਹੋ ਕੇ, ਭਾਜੀ ਜਦੋਂ ਇੱਦਾਂ ਟੌਰਚਰ ਕਰੋਗੇ, ਪਾਣੀ ਬੰਦ ਕਰ ਦੋਗੇ, ਲੈਟਰਿੰਗ ਦੀ ਮੁਸ਼ਕ ਮਾਰਦੇ ਜਦੋਂ ਤੁਸੀਂ ਉੱਤੇ ਛੱਡ ਦੋਗੇ, ਤੇ ਨਹੀਂ ਰਹਿਣ ਹੁੰਦਾ। ਫਿਰ ਉਹ ਛੱਡ ਗਏ। ਹੁਣ ਇੰਨਾ ਵੱਡਾ, ਮੈਂ ਕਹਿੰਦਾ ਇਹ ਤਾਂ ਛੱਡੋ ਗੁਰਦੁਆਰਾ, ਮੈਂ ਕਹਿੰਦਾ 10 ਕਿਲੋਮੀਟਰ ਵੱਡਾ ਗੁਰੂ ਘਰ ਬਣਾ ਲਓ, ਗਰੀਬਾਂ ਦਾ ਖੂਨ ਡੋਲ ਕੇ। ਉੱਥੇ ਪਰਿਕਰਮਾ 'ਚ ਗਰੀਬਾਂ ਦਾ ਲਹੂ ਡੁੱਲਿਆ, ਕੀ ਕਰ ਲਓਗੇ? ਕਲਗੀਤ, ਮੈਂ ਤੁਹਾਨੂੰ ਦੱਸਾਂ, ਗੁਰੂ ਦੀ ਗੋਲਕ, ਮੈਂ ਪੁੱਛਿਆ ਸਿੱਖ ਪ੍ਰਧਾਨ ਕੋਲ, ਗੁਰੂ ਕੀ ਗੋਲਕ ਦਾ ਕੰਮ ਕੀ ਹੁੰਦਾ? ਕਹਿੰਦਾ ਬਿਜਲੀ ਬਿੱਲ ਭਰ ਦੇਣਾ, ਸੇਵਾਦਾਰਾਂ ਦੀ ਤਨਖਾਹ ਦੇ ਦੇਣਾ, ਤੇ ਕੋਈ ਆ ਗਿਆ ਉਹਨੂੰ 200-500 ਦੇ ਦੇਣਾ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਮਗਰ ਅੱਜ ਦੱਸਦਾ ਆ ਗੁਰੂ ਕੀ ਗੋਲਕ ਦਾ ਕੀ ਕੰਮ ਹੁੰਦਾ। ਗੁਰੂ ਕੀ ਗੋਲਕ ਦਾ ਕੰਮ ਇਹ ਹੁੰਦਾ ਹੈ, ਗੁਰੂ ਘਰ ਦੇ ਪ੍ਰਬੰਧ ਨੂੰ ਸਾਂਭਣਾ, ਲੰਗਰ, ਇਲੈਕਟ੍ਰੀਸਿਟੀ ਦਾ ਬਿੱਲ, ਸੇਵਾਦਾਰੀ ਦੀ ਤਨਖਾਹ ਦੇਣੀ, ਮਗਰ ਨਾਲ ਜਿਨ੍ਹਾਂ ਗੁਰਸਿੱਖਾਂ ਕੋਲ ਕਿਰਤ ਦਾ ਕੋਈ ਸਾਧਨ ਨਹੀਂ, ਉਹਨਾਂ ਨੂੰ ਕਿਰਤ ਖੁਲਾ ਕੇ ਦੇਣਾ। ਜਿਹੜੇ ਗੁਰਸਿੱਖ ਕੋਲ ਛੱਤ ਨਹੀਂ, ਉਹਨਾਂ ਨੂੰ ਛੱਤ ਪਾ ਕੇ ਦੇਣੀ। ਜਿਨ੍ਹਾਂ ਗੁਰਸਿੱਖਾਂ ਦਾ ਵਿਆਹ ਨਹੀਂ ਹੋ ਸਕਦਾ, ਉਹਨਾਂ ਦੇ ਆਨੰਦ ਕਾਰਜ ਕਰਾਣੇ। ਇੱਥੋਂ ਤੱਕ ਕਿ ਗੁਰਸਿੱਖ ਹੀ ਨਹੀਂ, ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਹੈ, ਗੁਰੂ ਸਾਹਿਬ ਦਾ ਪਰਿਵਾਰ ਸਾਰਾ ਸੰਸਾਰ ਹੈ। ਜੇ ਕੋਈ ਪੂਰੇ ਸੰਸਾਰ 'ਚ ਕੁਝ ਵੀ ਲੋੜਵੰਦ ਗੁਰੂ ਦੇ ਦਰਬਾਰ 'ਚ ਆਉਂਦੇ ਸੀ, ਤੇ ਉਹਨਾਂ ਦੀ ਪੂਰਤੀ ਕੀਤੀ ਜਾਵੇ। ਜੇ ਕੋਈ ਗੁਰੂ ਦਾ ਪਿਆਰਾ ਆ ਜਾਵੇ ਕਿ ਮੈਨੂੰ ਦਵਾਈ ਚਾਹੀਦੀ, ਮੇਰਾ ਆਪਰੇਸ਼ਨ ਚਾਹੀਦਾ, ਤੇ ਉੱਥੋਂ ਹੁੰਦਾ ਸੀ, ਉਹ ਗੁਰੂ ਕੀ ਗੋਲਕ 'ਚ ਹੁੰਦਾ ਸੀ, ਨਾ ਕਿ ਇਕੱਲਾ ਬਿਜਲੀ ਬਿੱਲ ਭਰੇ ਜਾਂਦੇ ਸੀ। ਤੇ ਅੱਜ ਕੋਈ ਜਾਂਦਾ ਵੀਰ ਜੀ, ਕੋਈ ਕਹਿੰਦਾ ਮੈਨੂੰ 35,000 ਰੁਪਏ ਦਾ ਮੇਰਾ ਆਪਰੇਸ਼ਨ ਹੈ, ਉਹਨੂੰ ਕਹਿੰਦੇ ਬਾਹਰ ਬਹਿ ਜਾ, ਸੰਗਤ ਆਂਦੀ ਫਿਰ ਮੰਗੀ ਜਾਈ। ਯਾਰ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਹਾਜ਼ਰ ਨਾਜ਼ਰ ਸਤਿਗੁਰੂ ਹੋਣ। ਅਸੀਂ ਅਰਦਾਸ 'ਚ ਇਹੀ ਕਹਿੰਦੇ ਆ ਨਾ, 10 ਪਾਤਸ਼ਾਹਾਂ ਦੀ ਜਾਗਦੀ ਜੋਤ। ਤੇ ਤੁਸੀਂ ਕੀ ਮੰਨਦੇ ਹੋ? ਉਹਨੂੰ ਕਿਤਾਬ ਮੰਨਦੇ ਹੋ? ਮੈਂ ਤੁਹਾਨੂੰ ਹਾਜ਼ਰ ਨਾਜ਼ਰ ਸਤਿਗੁਰੂ ਮੰਨਣਾ, ਜਿਹਨੇ ਮੇਰੀ ਰਾਖੀ ਕੀਤੀ ਸੀ। ਹੁਣ ਸਤਿਗੁਰੂ ਜੀ ਉੱਥੇ ਹਾਜ਼ਰ ਨਾਜ਼ਰ, ਤੇ ਡੁੱਬ ਕੇ ਮਰ ਜਾਓ, ਤੁਸੀਂ ਉਹਨੂੰ ਬਾਹਰ ਬਾਰੇ ਹੋ। ਤੁਸੀਂ ਕੱਢ ਕੇ ਦਿਓ ਉਹਨੂੰ ਗੁਰੂ ਕੀ ਗੋਲਕ 'ਚ ਪੈਸਾ, ਕਰਾਓ ਉਹਨਾਂ ਦਾ ਇਲਾਜ ਜੇ ਉਹ ਲੋੜਵੰਦ ਹੈ। ਤੇ ਬਸ ਐਸੀ ਜੋਗਾ ਰਹਿ ਗਿਆ ਇਹ ਮਾਰਵਲ ਲਾਈ ਜਾਓ, ਏਸੀ ਲਾਈ ਜਾਓ। ਕੀ ਕਰ ਲਓਗੇ ਯਾਰ ਮਾਰਵਲ ਏਸੀ ਨਾਲ? ਸਿੱਖੀ ਨੂੰ ਤਾਂ ਤੁਸੀਂ ਢਾਹ ਲਾਤਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸੀ, ਅੱਜ ਤੁਸੀਂ ਸੰਸਾਰ 'ਚ ਨਹੀਂ ਪਹੁੰਚਾ ਸਕੇ। ਤੇ ਇੱਕ ਰਵੀ ਸਿੰਘ ਖਾਲਸਾ ਏਡ ਵਾਲਾ ਗੁਰਸਿੱਖ ਪਿਆਰਾ, ਅੱਜ ਪੂਰੇ ਸੰਸਾਰ ਦੇ ਵਿੱਚ ਉਹ ਗੁਰੂ ਨਾਨਕ ਦਾ ਫਲਸਫਾ ਉਸ ਸਿੱਖ ਨੇ ਕਾਇਮ ਕੀਤਾ। ਇਨਸਾਨੀਅਤ ਦਾ ਦੇਖੋ, ਇਹ ਕਿਰਪਾਨ ਪਾ ਲੈਣੀ, ਇਹ ਬਾਣੇ ਪਾ ਲੈਣੇ, ਇਹ ਇੱਕ ਯੂਨੀਫਾਰਮ ਹੈ। ਇਹਨੂੰ ਨਾ ਸਮਝੋ ਅਸੀਂ ਇਹ ਦਮਾਲੇ ਬੰਨ ਲਏ, ਤੇ ਉੱਥੇ ਵੀ ਬੜੇ ਦਮਾਲੇ ਵਾਲੇ ਖੜੇ ਸੀ,
ਤੇ ਮੈਂ ਉਹਨੂੰ ਜਨਤਾ ਕਹਿ ਰਿਹਾ, ਗੁਰਸਿੱਖ ਨਹੀਂ ਕਹਿ ਰਿਹਾ। ਇਹ ਡਰੈਸਅਪ ਹੈ, ਡਰੈਸ ਨੂੰ ਪੜ੍ਹਾਈ ਤੁਸੀਂ ਤਾਂ ਕੀਤੀ ਨਹੀਂ, ਪੜ੍ਹਾਈ ਤਾਂ ਰਵੀ ਸਿੰਘ ਨੇ ਕਰ ਲਈ। ਜਿਹੜੀ ਜਦੋਂ ਤੱਕ ਸਾਨਾ ਵੱਡਾ ਧਰਮ ਹੈ ਇਨਸਾਨੀਅਤ ਦਾ, ਜਦੋਂ ਤੁਹਾਡੇ ਅੰਦਰ ਦਇਆ ਨਹੀਂ, ਇਨਸਾਨੀਅਤ ਨਹੀਂ, ਤੁਸੀਂ ਧਰਮੀ ਹੈ ਹੀ ਨਹੀਂ। ਉਸ ਸਿੱਖ ਨੇ ਪੂਰੇ ਸੰਸਾਰ ਦੇ ਵਿੱਚ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਜਿੱਥੇ ਸੀਰੀਆ ਦੇ ਬਾਰਡਰ 'ਚ ਬੰਬ ਸਿੱਟੇ ਜਾਂਦੇ ਆ, ਉਹ ਗੁਰਸਿੱਖ ਨੇ ਉੱਥੇ ਜਾ ਕੇ ਲੰਗਰ ਲਾਇਆ। ਜਿੱਥੇ ਪਾਣੀ ਦੀ ਕਿੱਲਤ ਸੀਗੀ, ਉਹ ਗੁਰਸਿੱਖ ਨੇ ਉੱਥੇ ਜਾ ਕੇ ਹੈਂਡ ਪੰਪ ਲਾਏ। ਜਿੱਥੇ ਸਕੂਲ ਨਹੀਂ ਸੀ, ਪੜ੍ਹਾਈ ਨਹੀਂ ਸੀਗੀ, ਉੱਥੇ ਗੁਰਸਿੱਖ ਨੇ ਸਕੂਲ ਖੁਲਵਾਏ। ਇਹ ਸੀਗਾ, ਇਹ ਨੇ ਅਸਲ 'ਚ ਗੁਰੂ ਨਾਨਕ ਦੇ ਪਿਆਰੇ। ਇਹ ਥੋੜੀ ਨੇ ਇਕੱਲੇ ਬਿੱਲ ਭਰ ਦਿਓ ਤੇ ਬਸ। ਲੰਗਰ ਵੀ ਮੈਂ ਇੱਕ ਗੱਲ ਕਹਿਦਾ, ਅੱਜ ਤੁਸੀਂ ਚੌਮਿਨ ਮਨਚੂਰੀਅਨ ਤੇ ਛੋਲੇ ਕੁਲਚੇ ਦੇ ਲੰਗਰ ਲਾਈ ਜਾਂਦੇ ਹੋ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਦਾਹਰਨ ਦਿੰਦੇ ਨਾ 20 ਰੁਪਏ ਦਾ ਲੰਗਰ ਲਾਇਆ, ਉਹ 20 ਰੁਪਏ ਦਾ ਲੰਗਰ ਕਦੀ ਪੜ੍ਹਿਓ? ਉਹ ਲੰਗਰ ਉਹਨਾਂ ਕਰਕੇ ਲਾਇਆ ਸੀ ਜਿਨ੍ਹਾਂ ਕੋਲ ਛਕਣ ਵਾਸਤੇ ਨਹੀਂ ਸੀ ਤੇ ਭੁੱਖੇ ਸੀਗੇ, ਤੇ ਉਹਨਾਂ ਨੂੰ ਚੌਮਿਨ ਮਨਚੂਰੀਅਨ ਦੀ ਨਹੀਂ, ਉਹਨਾਂ ਨੂੰ ਕੁਝ ਵੀ ਛਕਾਇਆ ਜਾਵੇ ਨਾ, ਜਿਹੜੇ ਅੱਤ ਦੇ ਭੁੱਖੇ ਪਿਆਸੇ ਆ, ਉਹਨਾਂ ਵਾਸਤੇ ਉਹ ਅੰਮ੍ਰਿਤ ਹੈ। ਤੇ ਗੁਰੂ ਸਾਹਿਬ ਜੀ ਨੇ ਭੁੱਖ ਵਾਸਤੇ ਲੰਗਰ ਲਾਇਆ ਸੀ, ਕਿਸੇ ਨੂੰ ਭੁੱਖ ਹੈ। ਮਨ ਵਾਸਤੇ ਥੋੜੀ ਲਾਇਆ ਸੀ, ਮਨ ਦੀ ਪੂਰਤੀ ਕਰਨ ਵਾਸਤੇ ਕਿ ਚੌਮਿਨ ਮਨਚੂਰੀਅਨ ਤੇ ਤੁਹਾਡੀ ਜੀਭ ਰਸ ਵਾਸਤੇ। ਤੁਸੀਂ ਤਾਂ ਉੱਤੇ ਲੱਖਾਂ ਰੁਪਏ ਇੱਕ ਦਿਨ 'ਚ ਨਿਊਡਲ ਮਨਚੂਰੀਅਨ ਤੇ ਛੋਲੇ ਕੁਲਚੇ ਦੇ ਲੰਗਰ ਤੇ ਲਾਤਾ। ਅੱਜ ਤੁਹਾਨੂੰ ਆਹੀ ਕਿਹਾ ਜਾਵੇ ਨਾ, ਕੋਈ 30,000 ਲਾ ਕੇ ਕਿਸੇ ਗੁਰਸਿੱਖ ਨੂੰ ਇੱਕ ਫਰੂਟ ਦੀ ਰੇਹੜੀ ਲਾ ਦਿਓ, ਤੁਸੀਂ ਉਹ ਨਹੀਂ ਕਰ ਸਕਦੇ। ਲਾਈ ਜਾਓ, ਮੈਂ ਕਹਿੰਦਾ ਪੂਰੀ ਜ਼ਿੰਦਗੀ ਲਾਈ ਜਾਓ। ਕੀ ਤੁਹਾਨੂੰ ਲੱਗਦਾ ਕਿ ਗੁਰੂ ਨਾਨਕ ਦੀ ਅਸੀਸ ਮਿਲ ਰਹੀ ਤੁਹਾਨੂੰ? ਤੁਸੀਂ ਗੁਰੂ ਨਾਨਕ ਦੇ ਘਰ ਦੇ ਦਸਵੰਧ ਦਾ ਦੁਰਵਰਤੋਂ ਕਰ ਰਹੇ ਹੋ। ਜੇ ਆਈ ਅੱਜ ਤੁਸੀਂ ਗੁਰਸਿੱਖਾਂ ਤੇ ਪੜ੍ਹਾਈ ਤੇ ਪੈਸਾ ਲਾਇਆ ਹੁੰਦਾ, ਆਪਣੇ ਗੁਰਸਿੱਖਾਂ ਨੂੰ ਪੜ੍ਹਾਇਆ ਹੁੰਦਾ, ਜਿਹੜੇ ਅੱਜ ਵੀ ਕਈ ਬਾਣੇ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਪੜ੍ਹਾਇਆ ਹੁੰਦਾ, IPS ਵੀਰ ਜੀ ਬੜੇ ਗੁਰਸਿੱਖ ਨੇ, ਪੜ੍ਹਨਾ ਚਾਹੁੰਦੇ ਨੇ, ਨਹੀਂ ਪੈਸਾ ਵੀਰ ਜੀ ਉਹਨਾਂ ਕੋਲ। ਉਹਨਾਂ ਦੇ ਕਰਮ ਨੇ, ਪਿਛਲੀ ਗਰੀਬੀ ਕੋਈ ਕਰਮ ਹੋਣੇ, ਪੂਰਬਲੇ ਕਰਮ, ਉਹ ਗਰੀਬੀ ਭੋਗ ਰਹੇ ਨੇ। ਮਗਰ ਗੁਰੂ ਕੀ ਗੋਲਕ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ, ਉਹਨਾਂ ਦੀ ਘਰ ਦੀ ਗੋਲਕ ਜੇ ਇਹਨਾਂ ਗੁਰਸਿੱਖਾਂ ਤੇ ਵਰਤਿਆ ਜਾਂਦਾ, ਅੱਜ ਉਹ IPS ਅਫਸਰ ਹੁੰਦੇ, ਅੱਜ ਉਹ ਵੱਡੇ ਵੱਡੇ ਉਹ ਹੁੰਦੇ। ਮਗਰ ਅਫਸੋਸ ਇਹ ਇਕੱਲੇ ਗੁਰਦੁਆਰੇ ਕੋਈ ਆਇਆ ਗਿਆ ਉਹਨਾਂ ਵਾਸਤੇ ਕੀ ਕਹਿੰਦੇ ਆ, ਰਸਗੁੱਲੇ ਤੇ ਇਹ ਤੇ ਏਸੀਆਂ, ਬਸ ਆਪਣੇ ਵਾਸਤੇ ਪ੍ਰਧਾਨਗੀਆਂ ਦੀ ਚੌਧਰਗਿਰੀ ਵਾਸਤੇ ਰਹਿ ਗਿਆ। ਵੀਰ ਜੀ, ਜਿਹੜਾ ਹੁਣ ਤੁਹਾਡੇ ਤੇ ਤਸ਼ੱਦਦ ਹੋਈ ਹੈ, ਇਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਤੁਸੀਂ ਕੀ ਕੀਤੀ ਹੈ, ਤੇ ਜੇ ਅੱਗੇ ਤੁਹਾਨੂੰ ਇਹਦਾ ਇਨਸਾਫ ਨਹੀਂ ਮਿਲਦਾ ਤੇ ਅੱਗੇ ਕੀ ਕਰੋਗੇ? ਦੇਖੋ, ਕੱਲ ਦੀ ਗੱਲ ਹੈ ਨਾ, ਸ਼ਨੀਵਾਰ ਰਾਤ ਨੂੰ ਹੋਇਆ, ਤੇ ਤਕਰੀਬਨ ਕੱਲ ਦਾ ਦਿਨ ਸਵੇਰ ਹੋ ਗਈ ਸੀ, 2 ਵੱਜ ਗਏ ਸੀ, 3 ਵਜੇ ਦੇ ਕਰੀਬ ਉੱਥੋਂ ਮੈਂ ਨਿਕਲਿਆ। ਤੇ ਸਾਨਾ ਪਹਿਲਾਂ ਤਾਂ ਮੈਂ ਕੀਤਾ, ਸਵੇਰੇ ਮੈਂ ਮੈਡੀਕਲ ਕਰਾਇਆ। ਉਸ ਤੋਂ ਬਾਅਦ ਜਾ ਕੇ ਮੈਂ ਜਿਹੜੀ ਥਾਣੇ ਦੀ ਦਰਖਾਸਤ ਦਿੱਤੀ ਇਹਨਾਂ ਤੇ 295 ਤੇ ਬਕਾਇਦਾ 307 ਵੀ ਲਵਾਈ ਹੈ, ਪਾਲੀ ਪ੍ਰਧਾਨ ਸਮੇਤ ਇਹਨਾਂ ਦੇ 15 ਗੁੰਡਿਆਂ ਤੇ। ਉਸ ਤੋਂ ਬਾਅਦ ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਰੈਸਟ ਕਰੋ, ਮੈਂ ਫਿਰ ਰੈਸਟ ਕੀਤਾ ਕੱਲ ਦੇ ਦਿਨ। ਹੁਣ ਇਹਨਾਂ ਤੇ ਮੈਨੂੰ ਲਗਾਤਾਰ ਦੇਸ਼ ਵਿਦੇਸ਼ ਦੀ ਸੰਗਤਾਂ ਤੇ ਜਾਗਦੀ ਜਮੀਰ ਵਾਲੇ ਜਿਹੜੇ ਪ੍ਰਚਾਰਕ ਨੇ, ਉਹਨਾਂ ਦੇ ਫੋਨ ਆ ਰਹੇ ਨੇ। ਹੁਣ ਸਾਰਿਆਂ ਦੇ ਸਲਾਹ ਦੇ ਨਾਲ ਅਸੀਂ ਲੀਗਲੀ ਤੌਰ ਤੇ ਇੱਥੇ ਕਾਰਵਾਈ ਕਰਾਂਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕੁਝ ਵੀ ਇਲੀਗਲੀ ਅਸੀਂ ਕਰੀਏ। ਜੇ ਉਹਨਾਂ ਨੇ ਗੁੰਡਾਗਰਦੀ ਕੀਤੀ ਹੈ ਤੇ ਅਸੀਂ ਵੀ ਗੁੰਡਾਗਰਦੀ ਤੇ ਉਤਰ ਆਏ ਤੇ ਸਾਡੇ ਤੇ ਉਹਨਾਂ 'ਚ ਕੀ ਫਰਕ ਰਹੇਗਾ? ਨਹੀਂ, ਕਿਉਂਕਿ ਬਾਦਲਾਂ ਦੇ ਰਾਜ 'ਚ ਬੜੀ ਗੁੰਡਾਗਰਦੀ ਇਹਨਾਂ ਨੇ ਕੀਤੀ, ਬੜੇ ਸਾਡੇ ਨੌਜਵਾਨ ਨੂੰ ਚੱਕ ਇਹਨਾਂ ਜੇਲ੍ਹਾਂ 'ਚ ਬੰਦ ਕੀਤਾ, ਬੜੇ ਬਜ਼ੁਰਗਾਂ ਦੀ ਪੱਗ ਲਾਈ, ਬੜੇ ਤਸ਼ੱਦਦ ਕੀਤੇ। ਤੇ ਜਿਹੜੀ ਮੌਜੂਦਾ ਸਰਕਾਰ ਹੈ, ਅਸੀਂ ਇਹਨਾਂ ਨੂੰ ਬਹੁਮਤ ਦੇ ਨਾਲ ਇਸ ਕਰਕੇ ਲੈ ਕੇ ਆਏ ਸੀ ਕਿ ਸਾਡੇ ਪੰਜਾਬ ਦਾ ਇਹ ਜਿਹੜੀ ਨਸ਼ਿਆਂ ਦੇ ਨਾਲ ਨੌਜਵਾਨ ਮਰ ਰਹੇ ਨੇ, ਜਾਂ ਜਿਹੜੀ ਗੁੰਡਾਗਰਦੀ ਹੈ ਬਾਦਲਾਂ ਨੇ ਕੀਤੀ ਹੈ ਜਾਂ ਹੋਰ ਸਰਕਾਰਾਂ ਨੇ ਜਿਹੜੀ ਕੀਤੀ ਹੈ, ਉਹ ਤੇ ਕਾਬੂ ਕੀਤਾ ਜਾਵੇ। ਸ਼ਹਿਰ ਦੀ ਅਮਨ ਸ਼ਾਂਤੀ ਬਹਾਲ ਤੇ ਪੰਜਾਬ ਜਿੱਦਾਂ ਖੁਸ਼ਹਾਲ ਸੀ ਮੁੜ ਉੱਦਾਂ ਹੋ ਸਕੇ। ਮਗਰ ਮੈਂ ਇੱਕ ਗੱਲ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ, ਜੇ ਤੁਹਾਨੂੰ ਲਿਆ ਕੇ ਵੀ ਸਾਡੇ ਨੌਜਵਾਨ, ਸਾਡੇ ਭਰਾ ਗੋਲੀਆਂ ਨਾਲ ਮਰ ਜਾਣ, ਐਕਸੀਡੈਂਟ ਨਾਲ ਮਰ ਜਾਣ, ਤੇ ਅੱਜ ਮੇਰੇ ਵਰਗੇ ਜਾਂ ਹੋਰ ਜਿਹੜੇ ਗੁਰਸਿੱਖ ਪਿਆਰੇ ਨੇ ਉਹਨਾਂ ਦੇ ਹੱਥ ਬਾਹਰ ਤੋੜੇ ਜਾਣ ਇਹ ਬਾਦਲ ਦੇ ਗੁੰਡਿਆਂ ਵੱਲੋਂ, ਫਿਰ ਤੁਹਾਨੂੰ ਲਿਆ ਕੇ ਕੀ ਫਾਇਦਾ ਹੋਇਆ? ਫਿਰ ਤਾਂ ਸਾਨੂੰ ਉਹੀ ਚੰਗੇ ਸੀ, ਉਹ ਸਾਨੂੰ ਕੁੱਟਦੇ ਸੀ, ਫਿਰ ਉਹੀ ਚੰਗੇ ਸੀ, ਤੁਹਾਨੂੰ ਲਿਆ ਕੇ ਕੀ? ਤੇ ਮੈਂ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ, ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਜੇ ਤੁਹਾਡੀ ਨਵੀਂ ਸਰਕਾਰ ਆਈ ਹੈ ਤੇ ਤੁਹਾਡੀ ਸਰਕਾਰ ਦੇ ਵਿੱਚ ਗੁੰਡਾਗਰਦੀ ਨਹੀਂ, ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ, ਨਸ਼ੇ ਬੰਦ ਕੀਤੇ ਜਾਣ ਤੇ ਜਿਹੜੇ ਮਾਵਾਂ ਦੇ ਪੁੱਤ ਨਸ਼ੇ ਨਾਲ ਮਰਦੇ ਨੇ। ਤੇ ਇਹ ਹੁਣ ਮੌਜੂਦਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ, ਅਸੀਂ ਨਹੀਂ ਚਾਹੁੰਦੇ ਜੇ ਇਹ ਗੁੰਡਾਗਰਦੀ ਕੀਤੀ ਹੈ ਤੇ ਅਸੀਂ ਵੀ ਗੁੰਡਾਗਰਦੀ ਕਰਨ, ਤੇ ਇਹ ਜਲਦ ਤੋਂ ਜਲਦ ਜਿਹੜੀ ਇਹਨਾਂ ਤੇ ਬੰਦੀ ਕਾਰਵਾਈ ਹੈ ਤੇ ਬਕਾਇਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ CCTV ਕਢਾਈ ਜਾਵੇ, ਤੇ ਉਹ ਮੀਡੀਆ ਦੇ ਵਿੱਚ ਵੀ ਤੇ ਜਿਹੜੇ ਕਾਨੂੰਨੀ ਉਹ ਕੱਢ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤੇ ਸੰਗਤ ਦੇ ਸਾਹਮਣੇ ਵੀ ਜਗ ਜ਼ਾਹਿਰ ਕੀਤਾ ਜਾਵੇ ਕਿੱਦਾਂ ਮੈਨੂੰ ਕੁੱਟਿਆ ਸੀਗਾ। ਮੈਂ ਕੋਈ ਐਡਾ ਵੱਡਾ ਕ੍ਰਿਮੀਨਲ ਨਹੀਂ ਸੀ, ਬਸ ਸੰਗਤ ਦੇ ਪੱਖੇ ਤੇ ਗਦਿਆਂ ਵਾਸਤੇ ਮੈਂ ਕਿਹਾ ਸੀ। ਤੇ ਹੁਣ ਵੀਰ ਜੀ ਦੇਖੋ, ਅਸੀਂ ਵੇਟ ਕਰ ਰਹੇ ਹਾਂ, ਸਾਡੇ ਨਾਲ ਜਿਹੜੇ MLA ਸਾਹਿਬ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਵੀ ਗੱਲ ਕੀਤੀ ਸੀ, ਤੇ ਬਕਾਇਦਾ ਉਹਨਾਂ ਨੇ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਰਹਿਨਮਾਈ ਹੇਠ ਮੇਰਾ ਮੈਡੀਕਲ ਵੀ ਕਰਾਇਆ ਤੇ ਦਰਖਾਸਤ ਵੀ ਲਿਖਾਈ ਹੈ। ਤੇ ਮੈਨੂੰ ਉਮੀਦ ਹੈ ਕਿ
ਅਸੀਂ ਬਹੁਤ ਉਮੀਦਾਂ ਦੇ ਨਾਲ ਇਹਨਾਂ ਨੂੰ ਲੈ ਕੇ ਆਏ ਸੀ ਤੇ ਜੋ ਵੀ ਬੰਦੀ ਕਾਰਵਾਈ ਹੈ ਕਰਾਂਗੇ, ਕਿਉਂਕਿ ਦਿੱਲੀ ਦੇ ਵਿੱਚ ਦੇਖਿਆ ਇਹਨਾਂ ਨੇ ਐਜੂਕੇਸ਼ਨ ਜਾਂ ਹੋਰ ਚੀਜ਼ਾਂ ਕੀਤੀ ਤੇ ਸਾਨੂੰ ਉਮੀਦ ਹੈ ਪੰਜਾਬ ਦੇ ਵਿੱਚ ਇਹ ਕਰਾਂਗੇ ਤੇ ਇਹੋ ਜਿਹੀ ਗੁੰਡਾਗਰਦੀ ਤੇ ਠੱਲ ਪਾਵਾਂਗੇ। ਸੋ ਇਹ ਸੀ ਸਾਡੇ ਨਾਲ ਵੀਰ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਇਲਜ਼ਾਮ ਲਗਾਏ ਨੇ ਕਿ ਇੱਕ ਗੁਰਦੁਆਰਾ ਸਾਹਿਬ ਦੇ ਜੋ ਪ੍ਰਧਾਨ ਨੇ ਉਹਨਾਂ ਵੱਲੋਂ ਇਹਨਾਂ ਤੇ ਇੰਨੀ ਤਸ਼ੱਦਦ ਕੀਤੀ ਗਈ ਹੈ, ਸਿਰਫ ਜਿਹੜੀ ਉੱਥੇ ਸੰਗਤ ਆਉਂਦੀ ਹੈ ਉਹਨਾਂ ਦੀ ਮੰਗ ਚੁੱਕਣ ਵਾਸਤੇ। ਅਸੀਂ ਪ੍ਰਧਾਨ ਜੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਬੇਟੇ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਪਾਇਆ ਹੈ। ਉਹਨਾਂ ਦਾ ਵਰਜ਼ਨ ਜਿਹੜਾ ਹੈ, ਉਹਨਾਂ ਵੱਲੋਂ ਕੀ ਕਹਿਣਾ ਹੈ, ਉਹਨਾਂ ਦਾ ਕੀ ਪੱਖ ਹੈ, ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਅਸੀਂ ਥੋੜਾ ਟਾਈਮ ਤੱਕ ਦੁਬਾਰਾ ਜਿਹੜਾ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ ਤੇ ਉਹਨਾਂ ਵੱਲੋਂ ਇਸ ਮਾਮਲੇ ਤੇ ਕੀ ਕਹਿਣਾ ਹੈ, ਉਹਨਾਂ ਦਾ ਕੀ ਬਿਆਨ ਹੈ, ਇਹ ਵੀ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ। ਤੁਸੀਂ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਤੁਹਾਡੇ ਨਾਲ ਅਮਰਜੋਤ ਸਿੰਘ, ਕੈਮਰਾਮੈਨ ਪ੍ਰਿੰਸ ਦੇ ਨਾਲ।